4 दिन पहला एक रैली ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਸੀ। ਆਪਣੇ ਭਾਸ਼ਣ ਦੇ ਵਿੱਚ ਰਾਜਪਾਲ ਨੇ ਮਾਈ ਗਵਰਨਮੈਂਟ ਮੇਰੀ ਸਰਕਾਰ ਕਹਿਣ ਤੋਂ ਵੀ ਨਾ ਕਰਤੀ ਸੀ, ਸਿਰਫ ਸਰਕਾਰ ਕਹਿ ਰਹੇ ਸਨ, ਲੇਕਿਨ ਉਹਨਾਂ ਨੂੰ ਮਜਬੂਰ ਕੀਤਾ ਗਿਆ ਮੇਰੀ ਸਰਕਾਰ ਕਹਿਣ ਵਾਸਤੇ। ਕਿ ਇਹ ਜਿਹੜੀ ਦੂਸ਼ਣਬਾਜ਼ੀ ਹੋ ਰਹੀ ਹੈ, ਟਕਰਾਵ ਜਿਹੜਾ ਵੱਧ ਰਿਹਾ ਵਾ, ਇਹਦਾ ਪੰਜਾਬ ਦੀ ਪ੍ਰਸ਼ਾਸਨਿਕ ਢਾਂਚੇ ਦੇ ਉੱਪਰ ਕੀ ਅਸਰ ਪੈ ਸਕਦਾ ਵਾ? ਇਹ ਕੋਈ ਵੀ ਜਿਹੜੀ ਸੈਂਟਰ ਪਾਵਰ ਹੋਵੇ ਨਾ, ਉਹ ਕੋਸ਼ਿਸ਼ ਕਰਦੀ ਕਿ ਜਿਹੜੇ ਸਟੇਟਾਂ 'ਚ ਸਾਡਾ ਰਾਜ ਨਹੀਂ ਹੈ ਉਹਨੂੰ ਕਿਸੇ ਤਰ੍ਹਾਂ ਅਸੀਂ ਡਿਸਟਰਬ ਰੱਖੀਏ, ਜਾਂ ਤਾਂ ਉਸਨੇ ਰਾਸ਼ਟਰਪਤੀ ਰਾਜ ਲਾ ਦਈਏ, ਉਹ ਬੰਦ ਹੋ ਗਿਆ ਲੱਗਣਾ, ਤੇ ਜਾਂ ਕੁਝ ਹੋਰ ਡਿਸਟਰਬ ਰੱਖੀਏ ਤਾਂ ਕਿ ਅਸੀਂ ਕਿਸੇ ਤਰ੍ਹਾਂ ਆਪਣੀ ਬਹੁਮਤ ਬਣਾਈਏ। ਇਹ ਖਾਲੀ ਬੀਜੇਪੀ ਨਹੀਂ, ਕਾਂਗਰਸ ਵੀ ਇਹੀ ਕਰਦੀ ਰਹੀ ਹੈ। ਹੁਣ ਪ੍ਰੋਬਲਮ ਇਹ ਹੈ ਕਿ ਜਿੱਦਾਂ ਇਹ ਬਗਾਵਤ ਕਰਨ ਦੇ ਆ, ਔਖੇ ਹੋਣ ਦੇ ਆ, ਤੇ ਪੰਜਾਬ ਨਾਲ ਨੁਕਸਾਨ ਕੀ ਹੋ ਸਕਦਾ ਤੇ ਫਾਇਦਾ ਕੀ ਹੋ ਸਕਦਾ। ਹੁਣ ਚੱਕਰ ਇਹ ਹੈ ਕਿ ਸੀਐਮ ਸਾਹਿਬ ਉਹਦੇ ਆਖੇ ਲੱਗਦੇ ਤੇ ਸੀਐਮ ਦੀ ਕੋਈ ਚੀਜ਼ ਦੀ ਅਪਰੂਵਲ ਨਹੀਂ ਦਿੰਦੇ, ਜਿਹੜੀਆਂ ਫੈਸਿਲਿਟੀਆਂ ਦਿੰਦੇ ਪਏ ਗਵਰਨਰ ਸਾਹਿਬ ਜਾਂ ਸੈਂਟਰ, ਉਹ ਸਾਰੀਆਂ ਬੰਦ ਕਰੀ ਜਾ ਰਹੇ ਆ, ਬਲਕਿ ਇਨਡਾਇਰੈਕਟਲੀ ਘਟਾ ਰਹੇ ਜਾਂ ਬੰਦ ਕਰੀ ਜਾ ਰਹੇ ਤਾਂ ਕਿ ਇਹਨਾਂ ਨੂੰ ਟਾਈਟ ਕੀਤਾ ਜਾਏ ਤੇ ਇਹਨਾਂ ਦੀ ਬਦਨਾਮੀ ਹੋਵੇ। ਪਰ ਸੰਧੂ ਸਾਹਿਬ, ਆਪਾਂ ਦੇਖਿਆ ਇਹ ਹੈ ਵੀ ਜਿੱਥੇ ਕੇਂਦਰ ਸਰਕਾਰ ਵੱਖਰੀ ਹੁੰਦੀ ਤੇ ਪੰਜਾਬ ਸਟੇਟ 'ਚ ਹੁੰਦੀ ਆ, ਉੱਥੇ ਤਲਖੀ ਆਉਂਦੀ ਹੈ, ਪਰ ਅੱਗੇ ਹੋਰਲੇ ਸਟੇਟਾਂ 'ਚ ਨਹੀਂ ਵਾਰੀ ਆਈ। ਕਾਂਗਰਸ ਮੌਕੇ ਵੀ ਜਾਂ ਭਾਜਪਾ ਅਕਾਲੀਆਂ ਦੀ ਸਰਕਾਰ ਸੀ, ਭਾਜਪਾ ਨਾਲ ਗੱਠਜੋੜ ਸੀ, ਉਦੋਂ ਕਿਉਂ ਨਹੀਂ ਆਈ? ਥੋੜਾ ਜਿਹਾ ਮੰਥਨ ਆਪ ਨੂੰ ਤੇ ਮੁੱਖ ਮੰਤਰੀ ਨੂੰ ਵੀ ਕਰਨਾ ਚਾਹੀਦਾ, ਕੇਜਰੀਵਾਲ ਨੂੰ ਵੀ, ਇਹਨਾਂ ਦੇ ਸੁਪਰੀਮੋ ਨੂੰ ਵੀ। ਜਦੋਂ ਕਿ ਗਵਰਨਰ ਇੱਥੇ ਸਟੇਟ ਦੇ ਵਿੱਚ ਬਾਰਡਰਾਂ ਤੇ ਜਾਂਦਾ ਜਾਂ ਕੋਈ ਨਸ਼ੇ ਵੇਚਦੇ ਆ, ਸਾਰਾ ਕੁਛ ਹੈ, ਹਾਲਾਂਕਿ ਮੇਰਾ ਖਿਆਲ ਚਲੋ ਦੌਰਾ ਕਰੇ, ਪਰ ਇੱਕ ਦਖਲਅੰਦਾਜ਼ੀ ਵਾਲੀ ਗੱਲ ਹੈ। ਦੂਜਾ ਮੇਰਾ ਸੰਧੂ ਸਾਹਿਬ ਇਹ ਮੰਨਣਾ ਹੈ ਵੀ ਕਿਉਂ ਨਹੀਂ ਇਹ ਜਿਹੜੇ ਗਵਰਨਰ ਲਾਉਂਦੇ ਆ, ਬਾਹਰੋਂ ਆਉਂਦੇ ਆ, ਬਾਹਰਲੀ ਸਟੇਟ ਦੇ ਵਿੱਚੋਂ ਲਾਉਂਦੇ ਆ, ਤੇ ਕੋਈ ਤਾਂ ਕੋਈ ਜੱਜ ਰਿਟਾਇਰ ਹੋਇਆ ਹੁੰਦਾ, ਕੋਈ ਪਾਰਟੀ ਚੋਂ ਵੀ ਮਤਲਬ ਵੀ ਰਿਟਾਇਰ ਸਮਝ ਲਓ ਹੁੰਦੀ ਆ, ਉਮਰ ਜ਼ਿਆਦਾ ਹੋ ਗਈ, ਤੇ ਬਾਹਰ ਭੇਜਦੇ, ਕਿਉਂ ਨਾ ਸਟੇਟ ਦਾ ਹੀ ਲਾਇਆ ਜਾਵੇ? ਹਾਂਜੀ, ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਇਹ ਬੜੀ ਮੰਦਭਾਗੀ ਗੱਲ ਹੈ ਜਿਹੜੀ ਕਿ ਆਪਣੇ ਰਾਜਪਾਲ ਤੇ ਮੁੱਖ ਮੰਤਰੀ ਦੀ ਬਣਦੀ ਨਹੀਂ। ਅਸਲੀ ਗੱਲ ਤਾਂ ਇਹਦੇ 'ਚ ਇਹ ਹੈ ਵੀ ਉਹ ਪੰਜਾਬ ਦੇ ਵਿੱਚ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਹਨਾਂ ਨੂੰ ਹਜਮੇ ਨਹੀਂ ਹੋ ਰਹੀ ਹੈ। ਟਕਰਾਓ ਨਹੀਂ ਹੋਣਾ ਚਾਹੀਦਾ, ਸਰਕਾਰ ਤੇ ਕੋਈ ਅਸਰ ਨਹੀਂ ਪੈਂਦਾ, ਜਿੰਨਾ ਮਰਜ਼ੀ ਰਾਜਪਾਲ ਸਾਹਿਬ ਕਹਿੰਦੇ ਰਹੇ। ਜੇ ਇਸੇ ਤਰ੍ਹਾਂ ਟਕਰਾਓ ਹੁੰਦਾ ਰਿਹਾ, ਸਰਕਾਰ ਤੋੜਨ ਦੀ ਅਗਰ ਕੋਸ਼ਿਸ਼ ਕੀਤੀ ਗਈ, ਪਹਿਲਾਂ ਤਾਂ ਰਾਸ਼ਟਰਪਤੀ ਨੇ ਮੰਨਣਾ ਹੀ ਨਹੀਂ ਹੈਗਾ ਕਿ ਪੰਜਾਬ ਸਰਕਾਰ ਨੂੰ ਤੋੜਿਆ ਜਾਏ। ਮੈਂ ਫੇਸਬੁੱਕ ਤੇ ਰਾਸ਼ਟਰਪਤੀ ਨੂੰ ਸੁਣ ਲਿਆ ਬੋਲਦੇ ਹੋਈ ਨੂੰ ਕਿ ਜੇ ਸਰਕਾਰ ਤੋੜੀ ਜਾਂਦੀ ਹੈ ਨਾ, ਬਹੁਤ ਬੁਰੀ ਹਾਲਤ ਹੋ ਜੂਗੀ ਪੰਜਾਬ ਦੀ, ਟਕਰਾਓ ਦੀ ਨੀਤੀ ਪੈਦਾ ਹੋ ਜਾਣੀ ਹੈ। ਹੁਣ 92 ਸੀਟਾਂ ਜਦੋਂ ਦੁਬਾਰਾ ਚੁਣਾਵ ਹੋਇਆ 100 ਲੈ ਜਾਣੀਆਂ ਹੈਗੀਆਂ। ਹੁਣ ਜਿੱਥੋਂ ਤੱਕ ਮੁੱਖ ਮੰਤਰੀ ਆ ਵੋਟਾਂ ਲੈ ਕੇ ਬਣ ਗਏ ਆ, ਲੇਕਿਨ ਉਹਨਾਂ ਨੂੰ ਆਪਣੀਆਂ ਉਹਨਾਂ ਦੀਆਂ ਮਰਜ਼ਾਦਾ ਕੀ ਆ, ਕਿਹੜੇ ਕੰਮ ਕਰਨੇ ਆ ਔਰ ਕਿਸ ਤਰ੍ਹਾਂ ਕਰਨੇ ਆ, ਇਹਨਾਂ ਦੀ ਸ਼ਾਇਦ ਨੂੰ ਕੋਈ ਏਡੀ ਜ਼ਿਆਦਾ ਨੌਲੇਜ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਹੀ ਜਿਹੜੇ ਗਵਰਨਰ ਬਣਦੇ ਆ ਜੀ, ਗਵਰਨਰ ਵੀ ਜੋ ਮੇਰਾ ਤਜਰਬਾ ਜਦੀਦਾ ਹੈਗਾ ਪਿਛਲੇ 60-65 ਸਾਲ ਦਾ, ਮੈਂ ਤਾਂ ਇਹੀ ਦੇਖ ਰਿਹਾ ਵੀ ਜਿਹੜੀ ਪਾਰਟੀ ਸੈਂਟਰ 'ਚ ਹੁੰਦੀ ਆ, ਜਿਹੜੇ ਉਹਨਾਂ ਦੇ ਲੀਡਰ ਸਿਆਸਤ ਵਿੱਚੋਂ ਰਿਟਾਇਰ ਹੋ ਜਾਂਦੇ ਆ, ਉਹਨਾਂ ਨੂੰ ਮੁੜ ਕੇ ਉਹ ਗਵਰਨਰ ਬਣਾ ਦਿੰਦੇ ਆ। नमस्कार, अस्सलामुअलैकुम, सत श्री अकाल। मैं हाँ कंवर संधू। इस वे नॉर्थ अमेरिका है मंगलवार की शाम, भारत च बुधवार की सवेर, नानकशाही संमत 555 जेठ की 31 तरीक है, और तुसी देख रहे जे तुहाडा अपना प्रोग्राम हैलो ग्लोबल पंजाब। ये प्रोग्राम ग्लोबल पंजाब टीवी ते चैनल पंजाबी ते इस वे लाइव टैलीकास्ट है। असीं इस वे ग्लोबल पंजाब टीवी के फेसबुक पेज उपर भी लाइव है, और उन्होंने मेरे निजी फेसबुक पेज उपर क्रॉस पोस्ट किया जा रहा है। OTT प्लेटफॉर्म जियो TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਤੁਸੀਂ ਦੇਖ ਸਕਦੇ ਜੀ। ਕਾਲ ਇਨ ਸ਼ੋਅ ਆ, ਸੋ ਕਾਲ ਕਰਨ ਵਾਸਤੇ 2 ਨੰਬਰਸ ਨੇ ਸਕਰੀਨ ਦੇ ਉੱਪਰ ਲਗਾਤਾਰ ਤੁਹਾਡੇ ਡਿਸਪਲੇ ਹੋ ਰਹੇ ਨੇ।
ਜਿਨ੍ਹਾਂ ਨੰਬਰਸ ਤੇ ਤੁਸੀਂ ਕਾਲ ਕਰਨੀ ਆ। ਫੇਸਬੁੱਕ ਤੇ ਵੀ ਆਪਣੇ ਕਮੈਂਟਸ ਤੁਸੀਂ ਪੋਸਟ ਕਰ ਸਕਦੇ ਜੇ। ਸਾਡੀ ਗੁਜ਼ਾਰਿਸ਼ ਆ ਕਿ ਕਾਲ ਜਿਹੜੀ ਆ ਵਿਸ਼ਾ ਦੇ ਸੰਬੰਧਿਤ, ਜਿਹੜਾ ਵਿਸ਼ਾ ਆਪਾਂ ਡਿਸਕਸ ਕਰ ਰਹੇ ਹਾਂ ਉਹਦੇ ਸੰਬੰਧਿਤ ਹੀ ਹੋਵੇ। ਬਰੀਫ ਰੱਖੋ ਕਾਲ, ਔਰ ਜਦੋਂ ਤੁਸੀਂ ਪੈਚ ਹੋ ਜਾਂਦੇ ਜੇ ਟੈਲੀਫੋਨ ਦੇ ਉੱਪਰ, ਉਦੋਂ ਟੀਵੀ ਦਾ ਵੋਲਿਊਮ ਹੌਲੀ ਕਰਕੇ ਫੋਨ ਦੇ ਉੱਪਰ ਆ ਜਾਓ ਤਾਂ ਕਿ ਆਪਣੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਹੋ ਸਕੇ। ਅੱਜ ਆਪਾਂ ਗੱਲ ਕਰਾਂਗੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਕਾਰ ਜਿਹੜਾ ਤਕਰਾਰ ਆ, ਇਹ ਤਕਰਾਰ ਘਟਣ ਦੀ ਬਜਾਏ ਦਿਨੋਂ ਦਿਨ ਵੱਧ ਰਿਹਾ ਵਾ। 4 ਦਿਨ ਪਹਿਲਾਂ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਸੀ। ਇਹ ਤੁਹਾਨੂੰ ਪਤਾ ਹੀ ਆ ਕਿ ਇੱਕ ਰੈਲੀ ਸੀ ਦਿੱਲੀ ਦੇ ਵਿੱਚ ਜਿਹਦੇ 'ਚ ਇਹ ਇਲਜ਼ਾਮ ਜਿਹੜਾ ਸੀ ਇਹ ਲਾਇਆ ਗਿਆ ਸੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜੇ ਰਾਜਪਾਲ ਨੇ ਉਹਨਾਂ ਨੇ ਜਿਹੜਾ ਬਜਟ ਸੈਸ਼ਨ ਸੀ ਉਹਨੂੰ ਸਦਨ ਤੋਂ ਵੀ ਨਾ ਕਰਤੀ ਸੀ, ਔਰ ਉਹਨਾਂ ਨੂੰ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ ਇਹ ਬਜਟ ਸੈਸ਼ਨ ਜਿਹੜਾ ਵਾ ਇਹਨੂੰ ਸੱਦਣ ਵਾਸਤੇ। ਔਰ ਆਪਣੇ ਭਾਸ਼ਣ ਦੇ ਵਿੱਚ ਰਾਜਪਾਲ ਨੇ ਮਾਈ ਗਵਰਨਮੈਂਟ, ਮੇਰੀ ਸਰਕਾਰ ਕਹਿਣ ਤੋਂ ਵੀ ਨਾ ਕਰਤੀ ਸੀ। ਸਿਰਫ ਸਰਕਾਰ ਕਹਿ ਰਹੇ ਸਨ, ਲੇਕਿਨ ਉਹਨਾਂ ਨੂੰ ਮਜਬੂਰ ਕੀਤਾ ਗਿਆ ਮੇਰੀ ਸਰਕਾਰ ਕਹਿਣ ਵਾਸਤੇ। ਉਧਰ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ 'ਤੇ ਇਲਜ਼ਾਮ ਲਾਇਆ ਵਾ ਕਿ ਉਹ ਸੰਵਿਧਾਨ ਦੀ ਉਲੰਘਣਾ ਕਰ ਰਹੇ ਨੇ। ਉਹ ਚਿੱਠੀਆਂ ਦਾ ਜਵਾਬ ਜਿਹੜਾ ਸੰਵਿਧਾਨ ਮੁਤਾਬਕ, ਸੰਵਿਧਾਨ ਦੀ 167 ਧਾਰਾ ਮੁਤਾਬਕ ਦੇਣਾ ਲਾਜ਼ਮੀ ਆ, ਚਿੱਠੀਆਂ ਦਾ, ਰਾਜਪਾਲ ਦੀਆਂ ਚਿੱਠੀਆਂ ਦਾ ਜਵਾਬ ਮੁੱਖ ਮੰਤਰੀ ਨਹੀਂ ਦੇ ਰਹੇ। ਘੱਟੋ ਘੱਟ 8-10 ਚਿੱਠੀਆਂ ਉਹਨਾਂ ਨੇ ਲਿਖੀਆਂ ਵਾ ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ, ਜੋ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੀ ਉਲੰਘਣਾ ਵੀ ਹੈ। ਇਹ ਰਾਜਪਾਲ ਦਾ ਮੁੱਖ ਮੰਤਰੀ ਦੇ ਉੱਪਰ ਦੋਸ਼ ਹੈ। ਅੱਜ ਆਪਾਂ ਗੱਲ ਕਰਾਂਗੇ ਕਿ ਇਹ ਜਿਹੜੀ ਦੂਸ਼ਣਬਾਜ਼ੀ ਹੋ ਰਹੀ ਆ, ਟਕਰਾਵ ਜਿਹੜਾ ਵੱਧ ਰਿਹਾ ਵਾ, ਇਹਦਾ ਪੰਜਾਬ ਦੀ ਪ੍ਰਸ਼ਾਸਨਿਕ ਢਾਂਚੇ ਦੇ ਉੱਪਰ ਕੀ ਅਸਰ ਪੈ ਸਕਦਾ ਵਾ, ਇਹਦਾ ਕੰਮਕਾਜ ਦੇ ਉੱਪਰ, ਸਥਿਤੀ ਦੇ ਉੱਪਰ ਕੀ ਅਸਰ ਪੈ ਸਕਦਾ ਵਾ, ਇਹਦੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਕੋਈ ਬਹੁਤ ਅੱਛੀ ਗੱਲ ਨਹੀਂ ਕਿ ਸਭ ਤੋਂ 2 ਉੱਚੇ ਅਹੁਦੇ ਜਿਹੜੇ ਨੇ ਰਾਜਪਾਲ ਤੇ ਮੁੱਖ ਮੰਤਰੀ, ਆਪਸ ਦੇ ਵਿੱਚ ਉਹਨਾਂ ਦੇ ਤਲਕਾਤ ਇਸ ਤਰ੍ਹਾਂ ਹੋਣ। ਸਰਕਾਰ ਜਿਹੜੀ ਆ, ਕੋਈ ਵੀ ਚੁਣੀ ਹੋਈ ਸਰਕਾਰ, ਉਹ ਰਾਜਪਾਲ ਦੇ ਨਾਂ 'ਤੇ ਚੱਲਦੀ ਹੈ। ਦੀ ਗਵਰਨਰ ਇਜ਼ ਪਲੀਜ਼ਡ, ਇਸ ਤਰ੍ਹਾਂ ਹਰ ਨੋਟੀਫਿਕੇਸ਼ਨ ਸ਼ੁਰੂ ਹੁੰਦੀ ਹੈ, ਗਵਰਨਰ ਇਜ਼ ਪਲੀਜ਼ਡ ਟੂ ਡੂ ਦਿਸ ਔਰ ਡੂ ਦੈਟ। ਸੋ ਜੇ ਆਪਸ ਦੇ ਵਿੱਚ ਟਕਰਾਵ ਹੋਵੇ ਤਾਂ ਇਹਦਾ ਸਰਕਾਰ ਦੇ ਉੱਪਰ ਕੀ ਅਸਰ ਪੈ ਸਕਦਾ ਵਾ। ਜਿਹੜਾ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਮੁੱਖ ਮੰਤਰੀ ਨੇ, ਇਸ ਮਸਲੇ ਨੂੰ ਲੈ ਕੇ ਹੋ ਸਕਦਾ ਵਾ ਰਾਜਪਾਲ ਅਗਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦਾ ਰੁਖ ਕਰਨ। ਸੁਪਰੀਮ ਕੋਰਟ ਅੱਗੋਂ ਕੀ ਰੁਖ ਅਪਣਾਉਂਦਾ ਵਾ ਇਹ ਦੇਖਣਾ ਹੋਵੇਗਾ। ਹੋ ਸਕਦਾ ਵਾ ਰਾਜਪਾਲ ਰਾਸ਼ਟਰਪਤੀ ਦੇ ਕੋਲ ਵੀ ਪਹੁੰਚਣ, ਔਰ ਰਾਸ਼ਟਰਪਤੀ ਵੀ ਇਸ ਮਸਲੇ 'ਚ ਦਖਲ ਦੇ ਸਕਦੇ ਆ। ਕਿਸ ਤਰ੍ਹਾਂ ਦਖਲ ਦੇਣਗੇ ਇਹ ਵੀ ਇੱਕ ਦੇਖਣਾ ਹੋਊਗਾ। ਇਹਦਾ ਲਗਾਤਾਰ ਜੋ ਤਕਰਾਰ ਵੱਧ ਰਿਹਾ ਵਾ, ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ ਵਾ। ਜਿਵੇਂ ਵਿਧਾਨ ਸਭਾ ਦਾ ਜਦੋਂ ਸੈਸ਼ਨ ਖਤਮ ਹੁੰਦਾ ਵਾ, ਉਹਨੂੰ ਨੋਰਮਲੀ ਪ੍ਰੋਰੋਗ ਕਰਤਾ ਜਾਂਦਾ ਵਾ, ਫਿਰ ਨਵਾਂ ਸੈਸ਼ਨ ਜਿਹੜਾ ਵਾ ਉਹ ਗਵਰਨਰ ਦੀ ਇਜਾਜ਼ਤ ਨਾਲ ਸੱਦਿਆ ਜਾਂਦਾ। ਲੇਕਿਨ ਪਿਛਲਾ ਬਜਟ ਸੈਸ਼ਨ ਸਰਕਾਰ ਨੇ ਪ੍ਰੋਰੋਗ ਨਹੀਂ ਕੀਤਾ, ਉਹਨੂੰ ਸਿਰਫ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ ਸੀ, ਔਰ ਉਹ ਇਸ ਕਰਕੇ ਤਾਂ ਕਿ ਗਵਰਨਰ ਦੀ ਦੁਬਾਰਾ ਅਪਰੂਵਲ ਨਾ ਲੈਣੀ ਪਵੇ ਉਸ ਸੈਸ਼ਨ ਨੂੰ ਸੱਦਣ ਵਾਸਤੇ। ਸੋ ਸੈਸ਼ਨ ਜਿਹੜਾ ਵਾ ਬਿਨਾਂ ਗਵਰਨਰ ਦੀ ਅਪਰੂਵਲ ਦੇ ਹੁਣ ਇੱਕ ਸਪੈਸ਼ਲ ਸੈਸ਼ਨ ਅਗਲੇ ਦਿਨਾਂ ਦੇ ਵਿੱਚ ਸੱਦਿਆ ਗਿਆ ਵਾ। ਤੁਸੀਂ ਇਹ ਵੀ ਦੇਖਿਆ ਵਾ ਕਿ ਰਾਜਪਾਲ ਲਗਾਤਾਰ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਨੇ, ਜੋ ਨਾਰਮਲੀ ਰਾਜਪਾਲ ਨਹੀਂ ਕਰਦੇ ਹੁੰਦੇ। ਜੇ ਕਰਦੇ ਵੀ ਹੋਣ ਤਾਂ ਸਰਕਾਰ ਦੀ ਸਲਾਹ ਦੇ ਨਾਲ ਕਰਦੇ ਨੇ, ਲੇਕਿਨ ਉਹ ਆਪਣੀ ਮਰਜ਼ੀ ਦੇ ਨਾਲ ਉੱਥੇ ਦੌਰੇ ਕਰ ਰਹੇ ਨੇ। ਔਰ ਸਰਕਾਰ ਨੂੰ ਇਹ ਵੀ ਚੁੱਭ ਰਿਹਾ ਵਾ ਕਿਉਂਕਿ ਸਰਕਾਰ ਨੂੰ ਲੱਗਦਾ ਵਾ ਕਿ ਇਹ ਰਾਜਪਾਲ ਦਾ ਕੰਮ ਨਹੀਂ, ਇਹ ਚੁਣੀ ਹੋਈ ਸਰਕਾਰ ਦਾ ਕੰਮ ਹੈ। ਲਾਲਚੰਦ ਕਟਾਰੂ ਚੱਕ ਜਿਹੜੇ ਮੰਤਰੀ ਨੇ, ਜਿਨ੍ਹਾਂ ਦੇ ਖਿਲਾਫ ਇੱਕ ਅਸ਼ਲੀਲ ਵੀਡੀਓ ਬਾਹਰ ਆਈ ਸੀ, ਬੜੇ ਗੰਭੀਰ ਆਰੋਪ ਲੱਗੇ ਨੇ ਉਹਨਾਂ 'ਤੇ, ਉਹਦੇ ਉੱਪਰ ਵੀ ਸਰਕਾਰ ਔਰ ਰਾਜਪਾਲ ਦੇ ਵਿੱਚ ਦਰਮਿਆਨ ਮਤਭੇਦ ਨੇ। ਰਾਜਪਾਲ ਨੇ ਕਿਹਾ ਵਾ ਕਿ ਲਾਲਚੰਦ ਕਟਾਰੂ ਚੰਦ ਦੇ ਖਿਲਾਫ ਕਾਰਵਾਈ ਕੀਤੀ ਜਾਏ, ਲੇਕਿਨ ਸਰਕਾਰ ਨੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ। ਇੰਜ ਲੱਗ ਰਿਹਾ ਵਾ ਕਿ ਉਹਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਆ, ਕਿਉਂਕਿ ਜਿਹੜਾ ਕੰਪਲੇਨੈਂਟ ਹੈ ਉਹਨੇ ਆਪਣੀ ਕੰਪਲੇਂਟ ਜਿਹੜੀ ਆ ਉਹ ਇੱਕ ਤਰੀਕੇ ਨਾਲ ਵਿਡਰਾਅ ਕਰ ਲਈ ਹੈ। ਸੋ ਇਹ ਤਕਰਾਰ ਜਿਹੜੀ ਆ ਵੱਧ ਰਹੀ ਆ, ਇਹਦਾ ਕੀ ਰੁਖ ਅਪਣਾਇਆ ਜਾਊਗਾ। ਬਹੁਤ ਸਾਲ ਪਹਿਲੋਂ ਜਦੋਂ ਕਿਤੇ ਇਹੋ ਜਿਹੀ ਸਥਿਤੀ ਬਣਦੀ ਸੀ ਤੇ 356 ਧਾਰਾ ਦੇ ਤਹਿਤ ਰਾਸ਼ਟਰਪਤੀ ਰਾਜ ਲਾਗੂ ਲਾਤਾ ਜਾਂਦਾ ਸੀ, ਲੇਕਿਨ ਹੁਣ ਸ਼ਾਇਦ ਉਹਦੇ ਚਾਂਸਸ ਘੱਟ ਨੇ, ਨਹੀਂ ਲੱਗ ਸਕਦਾ, ਕਿਉਂਕਿ SR ਬੰਬਈ ਜਜਮੈਂਟ ਜਿਹੜੀ 1994 'ਚ ਆਈ ਸੀ ਉਹਦੇ ਮੁਤਾਬਕ ਰਾਸ਼ਟਰਪਤੀ ਰਾਜ ਲਾਗੂ ਕਰਨ ਵਾਸਤੇ ਜਿਹੜੀਆਂ ਰਾਈਟਸ ਨੇ ਉਹ ਐਬਸਲੂਟ ਰਾਈਟਸ ਨਹੀਂ। ਇਹ ਸੁਪਰੀਮ ਕੋਰਟ ਦਾ ਉਸ ਵੇਲੇ ਫੈਸਲਾ ਸੀ। ਲੇਕਿਨ ਇਹ ਜੇ ਇਸ ਤਰ੍ਹਾਂ ਦੀ ਸਥਿਤੀ ਰਹੀ
ਤੇ ਕੀ ਇਹ ਖਿੱਚੋਤਾਣ ਜੀ ਜੇ ਵਿੱਚ ਹੀ ਸਰਕਾਰ ਚੱਲੂਗੀ, ਕੰਮਕਾਜ ਦੇ ਉੱਤੇ ਕੀ ਅਸਰ ਪਊਗਾ? ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਹਦੇ ਤੇ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਅਰਜ਼ ਇਹ ਜੀ ਕਿ ਖਾਲੀ ਬੀਜੇਪੀ ਨਹੀਂ, ਈਵਨ ਕਾਂਗਰਸ ਜਦੋਂ ਸੈਂਟਰ ਸੀਗੀ, ਹਾਂ, ਇਹ ਕੋਈ ਵੀ ਜਿਹੜੀ ਸੈਂਟਰ ਪਾਵਰ ਹੋਵੇ ਨਾ, ਉਹ ਕੋਸ਼ਿਸ਼ ਕਰਦੀ ਕਿ ਜਿਹੜੇ ਸਟੇਟਾਂ 'ਚ ਸਾਡਾ ਰਾਜ ਨਹੀਂ ਹੈ ਉਹਨੂੰ ਕਿਸੇ ਤਰ੍ਹਾਂ ਅਸੀਂ ਡਿਸਟਰਬ ਰੱਖੀਏ, ਜਾਂ ਤਾਂ ਉਸਨੇ ਰਾਸ਼ਟਰਪਤੀ ਰਾਜ ਲਾ ਦਈਏ, ਉਹ ਬੰਦ ਹੋ ਗਿਆ ਲੱਗਣਾ, ਤੇ ਜਾਂ ਕੁਝ ਹੋਰ ਡਿਸਟਰਬ ਰੱਖੀਏ ਤਾਂ ਕਿ ਆਪਣੀ ਅਸੀਂ ਕਿਸੇ ਤਰ੍ਹਾਂ ਆਪਣੀ ਬਹੁਮਤ ਬਣਾਈਏ। ਇਹ ਖਾਲੀ ਬੀਜੇਪੀ ਨਹੀਂ, ਕਾਂਗਰਸ ਵੀ ਇਹੀ ਕਰਦੀ ਰਹੀ ਹੈ। ਹੁਣ ਚੱਕਰ ਹੈ ਗਿਆ ਜੀ ਕਿ ਜਾਂ ਉਹਨੂੰ ਸੈਂਟਰ ਕੀ ਚਾਹੁੰਦੀ ਹੈ ਕਿ ਜਿਹੜਾ ਸੀਐਮ, ਜਿਹੜੀ ਆਪੋਜੀਸ਼ਨ ਦਾ ਜਿਹੜਾ ਵੀ ਹੋਵੇ, ਜਿੱਦਾਂ ਹੁਣ ਕੈਪਟਨ ਸਾਹਿਬ ਸਨ 100% ਵਿੱਚੋਂ ਮਿਲੇ ਹੋਏ ਸਨ ਸੈਂਟਰ ਨਾਲ। ਅਖੀਰ ਤੁਸੀਂ ਵੇਖਣ 'ਚ ਵੀ ਆਇਆ ਕਿ ਉਹ ਸੈਂਟਰ ਜਾ ਕੇ ਬੀਜੇਪੀ 'ਚ ਵੜ ਵੀ ਗਏ ਆ, ਜਾਂ ਤੇ ਉਹ ਸੀਐਮ ਨੂੰ ਆਪਣੇ ਹੱਥ 'ਚ ਰੱਖਦੇ ਆ ਤੇ ਆਪਣੀ ਮਰਜ਼ੀ ਦੇ ਸਾਰੇ ਕੰਮ ਕਰਾਉਂਦੇ ਆ। ਹੁਣ ਇਸ ਕੇਸ 'ਚ ਇਹ ਆਇਆ, ਆਮ ਪਾਰਟੀ ਦੇ ਕੇਸ 'ਚ ਇਹ ਆਇਆ ਕਿ ਇਹ ਉਹੋ ਜਿਹੇ ਬੰਦੇ ਨਿਕਲੇ ਨੀਗੇ। ਜਿੱਦਾਂ ਦਿੱਲੀ ਹੋਇਆ, ਬੰਗਾਲ ਹੋਇਆ, ਇਹ ਕਈ ਹੋਰ ਸਟੇਟਾਂ ਇਹੋ ਜਿਹੀਆਂ ਜਿਹਨਾਂ ਦੇ ਸੀਐਮ ਇਹਨਾਂ ਦੇ ਆਖੇ ਨਹੀਂ ਲੱਗਣ ਡੇ ਤੇ ਇਸ ਕਰਕੇ ਆਪਣੇ ਵੱਸ ਨਹੀਂ ਕਰ ਸਕੇ। ਹੁਣ ਪ੍ਰੋਬਲਮ ਇਹ ਹੈ ਕਿ ਜਿੱਦਾਂ ਇਹ ਬਗਾਵਤ ਕਰਨ ਡੇ ਆ, ਔਖੇ ਹੋਣ ਡੇ ਆ, ਤੇ ਪੰਜਾਬ ਨਾਲ ਨੁਕਸਾਨ ਕੀ ਹੋ ਸਕਦਾ ਤੇ ਫਾਇਦਾ ਕੀ ਹੋ ਸਕਦਾ। ਹੁਣ ਚੱਕਰ ਇਹ ਹੈ ਕਿ ਸੀਐਮ ਸਾਹਿਬ ਉਹਦੇ ਆਖੇ ਲੱਗਦੇ ਤੇ ਸੀਐਮ ਦੀ ਕੋਈ ਚੀਜ਼ ਦੀ ਅਪਰੂਵਲ ਨਹੀਂ ਦਿੰਦੇ, ਜਿਹੜੀਆਂ ਫੈਸਿਲਿਟੀਆਂ ਦਿੰਦੇ ਪਏ ਗਵਰਨਰ ਸਾਹਿਬ ਜਾਂ ਸੈਂਟਰ, ਉਹ ਸਾਰੀਆਂ ਬੰਦ ਕਰੀ ਜਾ ਰਹੇ ਆ, ਬਲਕਿ ਇਨਡਾਇਰੈਕਟਲੀ ਘਟਾ ਰਹੇ ਜਾਂ ਬੰਦ ਕਰੀ ਜਾ ਰਹੇ ਤਾਂ ਕਿ ਇਹਨਾਂ ਨੂੰ ਟਾਈਟ ਕੀਤਾ ਜਾਏ ਤੇ ਇਹਨਾਂ ਦੀ ਬਦਨਾਮੀ ਹੋਵੇ। ਪਰ ਚੱਕਰ ਇਹ ਨਾ ਕਿ ਕਦ ਤੱਕ ਇਹ ਸਭ ਕੁਝ ਚੱਲੇਗਾ। ਹੁਣ ਰਹੀ ਗਈ ਗੱਲ ਕਿ ਗਵਰਨਰ ਸਾਹਿਬ ਦੀ ਇਹ ਗੱਲ ਕਿਉਂ ਨਹੀਂ ਮੰਨਦੇ ਕਿ ਅਗਰ ਅਸਰ ਕੀ ਹੋਏਗਾ। ਅਸਰ ਹੋ ਗਿਆ ਕਿ ਜਿਹੜਾ ਸਾਡਾ ਇਸ ਲਈ ਗਵਰਨਰ ਹੈ ਉਹ ਨੋਟ ਕਰਨ ਚਾਹੁੰਦੇ ਆ ਕਿ ਉਹ ਆਪ ਭੁੱਲ ਜਾਂਦੇ ਆ ਕਿ ਮੈਂ ਕੀ ਕੀਤਾ ਤੇ ਕੀ ਨਹੀਂ ਕੀਤਾ। ਹੁਣ ਜੇ ਤੁਹਾਡੇ ਬਿਆਨ ਸਾਹਮਣੇ ਆਏ ਸਨ, ਉਹਨਾਂ ਨੇ ਕਿਹਾ ਸੀ ਮੇਰੀ ਵੀ ਸਰਕਾਰ ਜਾਂ ਆਪਣੀ ਸਰਕਾਰ, ਉਹ ਈਵਨ ਮਾਨ ਸਾਹਿਬ ਨੇ ਪੇਸ਼ ਵੀ ਕਰ ਦਿੱਤਾ। ਪਰ ਇਹ ਕੋਈ ਹਾਲਾਤ ਠੀਕ ਨਜ਼ਰ ਨਹੀਂ ਆਉਂਦੇ। ਪੰਜਾਬ ਦੀ ਤਰੱਕੀ ਥੋੜੀ ਜਿਹੀ ਘਟੇਗੀ, ਵਧੇਗੀ ਨਹੀਂ। ਪਰ ਮਲਹੋਤਰਾ ਜੀ ਚਲੋ ਬਾਕੀ ਗੱਲਾਂ ਤੁਹਾਡੀਆਂ ਮੰਨੀਆਂ, ਲੇਕਿਨ ਜਿਹੜੇ ਰਾਜਪਾਲ ਦੇ ਚਿੱਠੀਆਂ ਦਾ ਜਵਾਬ ਨਾ ਦੇਣਾ ਜਿਹੜਾ ਵਾ, ਇਹ ਤੇ ਗੈਰ ਸੰਵਿਧਾਨਿਕ ਹੈ। ਮੈਂ ਉਸੇ ਪੁਆਇੰਟ ਤੇ ਆ ਲਗਾ ਸਾਂ ਜੀ। ਹੁਣੇ ਚੱਕਰ ਇਹ ਹੈ ਕਿ ਥੋੜਾ ਪ੍ਰੈਸਟੀਜ ਇਸ਼ੂ ਜਿਹਾ ਬਣਾ ਕੇ ਬੈਠ ਗਏ ਇਹ ਵੀ। ਪਰ ਇਹ ਕੋਈ ਬੱਚਿਆਂ ਵਾਲੀ ਖੇਡ ਥੋੜਾ ਵਾ, ਪ੍ਰੈਸਟੀਜ ਇਸ਼ੂ ਬਣਾ ਲਓ। ਇਹ ਤੇ ਆਫਟਰ ਆਲ ਇੱਕ ਸੰਵਿਧਾਨਿਕ ਇਸ਼ੂ ਆ। ਸੋ ਇਹਦੇ ਤੇ ਜੋ ਸੰਵਿਧਾਨਿਕ ਜੋ ਰਿਕੁਆਇਰਮੈਂਟ ਹੈ ਉਹ ਤੇ ਪੂਰੀ ਕਰਨੀ ਚਾਹੀਦੀ ਹੈ ਨਾ। ਮੇਰੇ ਹਿਸਾਬ ਸੇ ਗੋਲਮੋਲ ਹਰ ਚਿੱਠੀ ਦਾ ਜਵਾਬ ਦੇਈ ਜਾਣ ਉਹਨਾਂ ਨੂੰ। ਇੱਕ ਬੰਦਾ ਪਾ ਦੇਣਾ, ਉਹ ਜਿਹੜੀ ਚਿੱਠੀ ਆਵੇ ਗੋਲਮੋਲ ਜਵਾਬ ਦੇਈ ਜਾਣ। ਕੀ ਫਰਕ ਵੀ ਕੀ ਪੈਂਦਾ? ਗੋਲਮੋਲ ਨਹੀਂ, ਜੋ ਵੀ ਸਥਿਤੀ ਆ, ਗੋਲਮੋਲ ਕਿਉਂ, ਜੋ ਵੀ ਸਥਿਤੀ ਆ ਉਹਦਾ ਜਵਾਬ ਦੇਣ। ਆਫਟਰ ਆਲ ਜੇ ਕਟਾਰੂ ਚੱਕ ਦਾ ਮਸਲਾ ਜੇ ਤੁਸੀਂ ਨਹੀਂ ਕੱਢਣਾ ਚਾਹੁੰਦੇ ਤੇ ਕਹੋ ਜੀ ਸਾਡਾ ਉਹਦਾ ਨਿੱਜੀ ਮਸਲਾ ਵਾ, ਅਸੀਂ ਨਹੀਂ ਕੱਢਣਾ ਚਾਹੁੰਦੇ। ਪਰ ਜਵਾਬ ਨਾ ਦੇਣਾ ਜਿਹੜਾ ਵਾ, ਇਹ ਤੇ ਕੋਈ ਸਿਆਣੀ ਗੱਲ ਲੱਗਦੀ ਨਹੀਂ। ਮਿਹਰਬਾਨੀ, ਥੈਂਕ ਯੂ ਮਲਹੋਤਰਾ ਜੀ। ਹਾਂਜੀ, ਗੱਲ ਪੂਰੀ ਕਰ ਲਓ। ਕਾਲ ਕੱਟ ਗਈ ਉਹਨਾਂ ਦੀ। ਬਾਬਾ ਜ਼ੀਰਾ, ਮਨਜੀਤ ਸੁਰਖਾਂ ਤੇ ਅਮਨ ਸਿੰਘ ਕੰਬੋਜ ਵੀ ਸਾਡੇ ਨਾਲ ਜੁੜ ਗਏ ਨੇ। ਅਮਨ ਸਿੰਘ ਕੰਬੋਜ ਦਾ ਖਿਆਲ ਹੈ ਕਿ ਦੋਵੇਂ ਹੀ ਆਪ ਤੇ ਬੀਜੇਪੀ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਇੱਕ ਦੂਜੇ ਤੋਂ ਵੱਡੇ ਰਾਸ਼ਟਰਵਾਦੀ ਹਾਂ। ਸੋ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਹੈਲੋ ਹਾਂਜੀ ਸ਼ੇਰਗਿਲ ਜੀ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਧੂ ਸਾਹਿਬ, ਮੇਰਾ ਮੰਨਣਾ ਤਾਂ ਇਹ ਹੈ ਵੀ ਦੋਨੇ ਚਲੋ ਮੁੱਖ ਮੰਤਰੀ ਚੁਣਿਆ ਹੋਇਆ ਲੋਕਾਂ ਦਾ, ਤੇ ਇਹ ਰਾਜਪਾਲ ਦਾ ਸੰਵਿਧਾਨਕ ਹੈਗਾ ਉਹਦਾ। ਦੋਨਾਂ ਨੂੰ ਹੀ ਆਪਦੀ ਮਰਜ਼ਾਦਾ 'ਚ ਰਹਿ ਕੇ ਤੇ ਆਪਦੇ ਅਖਤਿਆਰ ਯੂਜ਼ ਕਰਨੇ ਚਾਹੀਦੇ ਆ, ਤੇ ਕਮਿਊਨੀਕੇਸ਼ਨ ਰੱਖਣਾ ਚਾਹੀਦਾ ਹੈ ਇੱਕ ਦੂਜੇ ਲਈ। ਮਤਲਬ ਵੀ ਜ਼ਰੂਰ ਤਾਲਮੇਲ 'ਚ ਰਹਿਣਾ ਚਾਹੀਦਾ, ਤਾਂ ਹੀ ਇਹ ਸਟੇਟ ਦਾ ਫਾਇਦਾ ਹੋਊਗਾ, ਪੱਖ 'ਚ ਜਾਊਗੀ ਜੀ। ਪਰ ਸੰਧੂ ਸਾਹਿਬ, ਆਪਾਂ ਦੇਖਿਆ ਇਹ ਹੈ ਵੀ ਜਿੱਥੇ ਕੇਂਦਰ ਸਰਕਾਰ ਵੱਖਰੀ ਹੁੰਦੀ ਤੇ ਪੰਜਾਬ ਸਟੇਟ 'ਚ ਹੁੰਦੀ ਆ, ਉੱਥੇ ਤਲਖੀ ਆਉਂਦੀ ਹੈ। ਪਰ ਅੱਗੇ ਹੋਰਲੇ ਸਟੇਟਾਂ 'ਚ ਨਹੀਂ ਵਾਰੀ ਆਈ। ਕਾਂਗਰਸ ਮੌਕੇ ਵੀ ਜਾਂ ਭਾਜਪਾ ਅਕਾਲੀਆਂ ਦੀ ਸਰਕਾਰ ਸੀ, ਭਾਜਪਾ ਨਾਲ ਗੱਠਜੋੜ ਸੀ, ਉਦੋਂ ਕਿਉਂ ਨਹੀਂ ਆਈ? ਥੋੜਾ ਜਿਹਾ ਮੰਥਨ ਆਪ ਨੂੰ ਤੇ ਮੁੱਖ ਮੰਤਰੀ ਨੂੰ ਹੀ ਕਰਨਾ ਚਾਹੀਦਾ, ਕੇਜਰੀਵਾਲ ਨੂੰ ਵੀ, ਇਹਨਾਂ ਦੇ ਸੁਪਰੀਮੋ ਨੂੰ, ਕਿਉਂਕਿ ਦਿੱਲੀ 'ਚ ਵੀ ਉਹਨਾਂ ਨਾਲ, ਇਹਨਾਂ ਵੀ ਗਵਰਨਰ ਨਾਲ ਹੈਗਾ ਤਕਰਾਰ, ਤੇ ਇੱਥੇ ਵੀ ਹੈ। ਇਹ ਦੇਖਣ ਨੂੰ ਨਹੀਂ ਮਿਲਿਆ। ਵੈਸੇ ਪਹਿਲੀ ਵਾਰੀ ਦੇਖਿਆ ਵੀ ਜਦੋਂ ਕਿ ਗਵਰਨਰ ਇੱਥੇ ਸਟੇਟ ਦੇ ਵਿੱਚ ਬਾਰਡਰਾਂ ਤੇ ਜਾਂਦਾ, ਜਾਂ ਕੋਈ ਤੇ ਨਸ਼ੇ ਵਿਕਦੇ ਆ, ਸਾਰਾ ਕੁਛ ਹੈ। ਹਾਲਾਂਕਿ ਮੇਰਾ ਖਿਆਲ ਚਲੋ ਦੌਰਾ ਕਰੇ, ਪਰ ਇੱਕ ਦਖਲਅੰਦਾਜ਼ੀ ਵਾਲੀ ਗੱਲ ਹੈ। ਦੂਜਾ ਮੇਰਾ ਸੰਧੂ ਸਾਹਿਬ ਇਹ ਮੰਨਣਾ ਹੈ ਵੀ ਕਿਉਂ ਨਹੀਂ ਇਹ ਜਿਹੜੇ ਗਵਰਨਰ ਲਾਉਂਦੇ ਆ, ਬਾਹਰੋਂ ਆਉਂਦੇ ਆ, ਬਾਹਰਲੀ ਸਟੇਟ ਦੇ ਵਿੱਚੋਂ ਲਾਉਂਦੇ ਆ, ਤੇ ਕੋਈ ਤਾਂ ਕੋਈ ਜੱਜ ਰਿਟਾਇਰ ਹੋਇਆ ਹੁੰਦਾ, ਕੋਈ ਪਾਰਟੀ ਚੋਂ ਹੀ ਮਤਲਬ ਵੀ ਰਿਟਾਇਰ ਸਮਝ ਲਓ ਹੁੰਦੀ ਆ, ਉਮਰ ਜ਼ਿਆਦਾ ਹੋ ਗਈ, ਤੇ ਬਾਹਰ ਭੇਜਦੇ। ਕਿਉਂ ਨਾ ਸਟੇਟ ਦਾ ਹੀ ਲਾਇਆ ਜਾਵੇ ਗਵਰਨਰ?
ਭਾਵੇਂ ਕਿਸੇ ਪਾਸੇ ਇੱਕ ਜੱਜ ਹੋਵੇ, ਭਾਵੇਂ ਰਿਟਾਇਰ, ਉਹਨੂੰ ਘੱਟੋ ਘੱਟ ਸਥਿਤੀ ਦਾ ਸਟੇਟ ਦੀ ਪਤਾ ਹੋਊ, ਲੋਕਾਂ ਦੀ ਨੇਚਰ ਦਾ ਪਤਾ ਹੋਊ। ਨਹੀਂ, ਇਹ ਟ੍ਰੈਡੀਸ਼ਨ ਇਹ ਆ ਕਿ ਤੁਸੀਂ ਜਿਹੜੀ ਸਟੇਟ ਤੋਂ ਹੋ, ਤੁਸੀਂ ਉਸ ਸਟੇਟ ਦਾ ਗਵਰਨਰ ਨਹੀਂ ਲੱਗਦੇ, ਭਾਵੇਂ ਨਾਲ ਦੀ ਸਟੇਟ ਦਾ ਲਾ ਦਿਓ, ਲੇਕਿਨ ਤੁਸੀਂ ਉਸੇ ਸਟੇਟ ਦਾ ਨਹੀਂ ਲਾਉਂਦੇ, ਤਾਂ ਕਿ ਤੁਸੀਂ ਦਖਲ ਨਾ ਦਿਓ ਸਟੇਟ ਦੀ ਕਾਰਵਾਈ ਦੇ ਵਿੱਚ, ਕਾਰਗੁਜ਼ਾਰੀ ਦੇ ਵਿੱਚ। ਹਾਂਜੀ, ਫਿਰ ਚਲੋ ਜਿਹਨੂੰ ਨਾਲ ਦੀ ਲਾ ਦਿਓ, ਜਿਹਨੂੰ ਜਾਣਕਾਰੀ ਹੋਵੇ। ਜਿਵੇਂ ਹਰਿਆਣਾ ਆਪਣੇ ਨਾਲ ਮਿਲਦਾ ਜੁਲਦਾ ਹੀ ਆ, ਰਾਜਸਥਾਨ ਮਿਲਦਾ ਜੁਲਦਾ ਹੀ ਆ, ਚੱਕ ਕੇ ਹੁਣ ਜੇ ਸਾਊਥ ਚੋਂ ਲਾ ਦੇਣਗੇ ਜਿੱਥੇ ਬਿਲਕੁਲ ਹੀ ਸਥਿਤੀਆਂ ਵੱਖਰੀਆਂ ਹੈਗੀਆਂ, ਉੱਥੋਂ ਦਾ ਮੇਰਾ ਖਿਆਲ 19 ਮਤਲਬ ਜਾਣਕਾਰੀ ਨਹੀਂ ਮਿਲਦੀ ਉਹ ਲੋਕਾਂ ਦੇ ਨੇਚਰ ਦੀ। ਕਿ ਮੇਰਾ ਤਾਂ ਖਿਆਲ ਨਹੀਂ ਵੀ ਇੱਕ ਮਤਲਬ ਦੂਰੋਂ ਲਾਉਣਾ। ਬਨਵਾਰੀ ਲਾਲ ਪੁਰੋਹਿਤ ਜਿਹੜੇ ਨੇ ਇਹ ਮੇਰੇ ਖਿਆਲ ਜਾਂ ਰਾਜਸਥਾਨ ਜਾਂ ਯੂਪੀ ਤੋਂ ਨੇ, ਔਰ ਇਹ ਸਾਊਥ ਤੋਂ ਨਹੀਂ ਹੈ ਵੈਸੇ ਜੀ। ਅੱਛਾ, ਠੀਕ, ਮਿਹਰਬਾਨੀ, ਥੈਂਕ ਯੂ, ਮਿਹਰਬਾਨੀ ਸ਼ੇਰ ਸਿੰਘ ਗਿੱਲ ਜੀ। ਮੀਨਵਾਈਲ ਗੁਰਪ੍ਰੀਤ ਸੇਖੋ, ਬੰਟੂ ਲਾਲ ਸਿੰਘ ਬੁਢਲਾਡਾ, ਮਿਸਕੀ ਗੁਪਤਾ ਵੀ ਸਾਡੇ ਨਾਲ ਜੁੜ ਗਏ ਨੇ। ਮਿਸਕੀ ਗੁਪਤਾ ਦਾ ਵਿਚਾਰ ਆਇਆ ਕਿ ਰਾਜਪਾਲ ਨਾਲ ਟਕਰਾਵ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਰਾਜਪਾਲ ਗਲਤ ਕਰ ਰਿਹਾ ਹੈ। ਇਹ ਮਿਸਕੀ ਗੁਪਤਾ ਦਾ ਵਿਚਾਰ ਹੈ। ਮੇਰੀ ਇਹ ਵੀ ਗੁਜ਼ਾਰਿਸ਼ ਆ ਕਿ ਅਸੀਂ ਰੈਗੂਲਰ ਕਾਲਰ ਤਾਂ ਲੈਂਦੇ ਹੀ ਆ, ਸਾਡੇ ਰੈਗੂਲਰ ਕਾਲਰ ਬੜੇ ਇੰਪੋਰਟੈਂਟ ਨੇ, ਪਰ ਜੇ ਕੋਈ ਨਵਾਂ ਵੀ ਕਾਲਰ ਕਾਲ ਕਰਨਾ ਚਾਹਵੇ ਤਾਂ ਉਹ ਕਾਲ ਕਰ ਸਕਦਾ ਵਾ। ਅਸੀਂ ਕੋਈ ਕਾਲ ਸੈਂਸਰ ਨਹੀਂ ਕਰਦੇ, ਫਸਟ ਕਮ ਫਸਟ ਸਰਵ ਬੇਸਿਸ ਤੇ ਜਿਹੜੀ ਵੀ ਕਾਲ ਆਉਂਦੀ ਆ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੁਲਵੰਤ ਸਿੰਘ। ਹਾਂਜੀ ਕੁਲਵੰਤ ਸਿੰਘ ਜੀ, ਬੜਾ ਚੰਗਾ ਲੱਗਾ, ਕਈ ਦਿਨਾਂ ਬਾਅਦ ਆਏ ਤੁਸੀਂ ਜੀ। ਹਾਂਜੀ ਜੀ, ਵੇਖੋ ਜਿਹੜੀ ਇਹ ਅੱਜ ਦਾ ਵਿਸ਼ਾ ਵਾ, ਇਹਦੇ ਤੇ ਮੈਂ ਇਹ ਕਹਾਂਗਾ ਵੀ ਇਹ ਸਰਕਾਰ ਨੂੰ ਨਾ ਤੇ ਪੰਜਾਬ ਦੀ ਕੋਈ ਵੀ ਪਾਰਟੀ ਜਿਹੜੀ ਹੋ ਰਿਹਾ ਉਹ ਬਰਦਾਸ਼ਤ ਕਰ ਰਹੀ ਆ, ਸੈਂਟਰ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਰਿਹਾ। ਤੇ ਮੈਂ ਸਮਝਦਾ ਵਾ ਜਿਵੇਂ ਤੁਸੀਂ ਕਿਹਾ ਵੀ ਚਿੱਠੀਆਂ ਦਾ ਜਵਾਬ ਦੇਣਾ, ਇਹ ਭਗਵੰਤ ਮਾਨ ਸਰਕਾਰ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਕੁਲਵੰਤ ਸਿੰਘ ਜੀ, ਤੁਹਾਡੀ ਕਾਲ ਸਡਨਲੀ ਡ੍ਰੌਪ ਹੋ ਗਈ, ਸੋ ਦੁਬਾਰਾ ਕਾਲ ਕਰ ਲਿਓ। ਤੁਹਾਡੀ ਗੱਲ ਵਿੱਚੇ ਹੀ ਕੱਟੀ ਗਈ, ਗੱਲ ਹੋ ਰਹੀ ਸੀ ਲੇਕਿਨ ਕਾਲ ਡ੍ਰੌਪ ਹੋ ਗਈ। ਮੈਂ ਇਹ ਵੀ ਦੱਸ ਦਵਾਂ ਕਿ ਜਸਵਿੰਦਰ ਚਾਹਲ, ਕੁਲਦੀਪ ਢਿੱਲੋਂ ਤੇ ਰਜਿੰਦਰਜੀਤ ਸਿੰਘ ਸੀਰਾ ਵੀ ਸਾਡੇ ਨਾਲ ਜੁੜ ਗਏ ਨੇ। ਜਸਵਿੰਦਰ ਚਾਹਲ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਕਾਹਦੀ ਸਰਕਾਰ ਹੈ ਜਿਹੜੀ ਰਾਜਪਾਲ ਦੇ ਸਾਈਨ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਕਰ ਸਕਦੀ। ਨਹੀਂ, ਉਹ ਸਾਈਨ ਜਿਹੜੇ ਨੇ ਉਹ ਇੱਕ ਫਾਰਮੈਲਿਟੀ ਹੁੰਦੀ ਆ, ਕਾਰਵਾਈ ਤੇ ਜੋ ਕੌਂਸਲ ਆਫ ਮਿਨਿਸਟਰਸ ਫੈਸਲਾ ਕਰਦਾ ਉਹੀ ਹੁੰਦੀ ਹੈ। ਜਸਵਿੰਦਰ ਚਾਹਲ ਅੱਗੇ ਲਿਖਦੇ ਨੇ, ਰਾਜਪਾਲ ਇੱਕ ਅੜਿੱਕਾ ਸਾਹਿਬ ਹੈ ਜਿਹੜਾ ਆਪਣੀ ਮਰਿਆਦਾ ਭੁੱਲ ਕੇ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ। ਮੀਨਵਾਈਲ ਕੁਲਦੀਪ ਢਿੱਲੋਂ ਕਹਿ ਰਹੇ ਨੇ, ਗਵਰਨਰ ਜਿਹੜੇ ਗਵਰਨਰ ਲਾਏ ਜਾਂਦੇ ਨੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਹੋਣੇ ਚਾਹੀਦੇ, ਇੰਡੀਪੈਂਡੈਂਟ ਹੋਣੇ ਚਾਹੀਦੇ, ਇਹ ਉਹਨਾਂ ਦਾ ਵਿਚਾਰ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਾਸਟਰ ਸਵਰਨ ਸਿੰਘ ਜੀ ਸਵਰਨ ਸਿੰਘ ਜੀ। ਹਾਂਜੀ, ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਇਹ ਬੜੀ ਮੰਦਭਾਗੀ ਗੱਲ ਹੈ ਜਿਹੜੀ ਕਿ ਆਪਣੇ ਰਾਜਪਾਲ ਤੇ ਮੁੱਖ ਮੰਤਰੀ ਦੀ ਬਣਦੀ ਨਹੀਂ। ਅਸਲੀ ਗੱਲ ਤਾਂ ਇਹਦੇ 'ਚ ਇਹ ਹੈ ਬਈ ਉਹ ਪੰਜਾਬ ਦੇ ਵਿੱਚ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨਾਂ ਨੂੰ ਹਜਮੇ ਨਹੀਂ ਹੋ ਰਹੀ ਇਹ ਗੱਲ, ਇਸੇ ਲਈ ਉਹ ਬਾਂਹ ਮਰੋੜੀ ਜਾ ਰਹੀ ਹੈ ਪੰਜਾਬ ਦੀ। ਠੀਕ ਆ ਜੀ, ਇਹ ਕਿੰਨੇ ਉਹ ਦਖਲ ਅੰਦਾਜ਼ੀ ਬਿਨਾਂ ਮਤਲਬ ਤੇ, ਜੇ ਉਹ ਹੁਣ ਦਖਲ ਅੰਦਾਜ਼ੀ ਕਰੂਗਾ ਤੇ ਭਗਵੰਤ ਮਾਨ ਵੀ ਤਾਂ ਕੁਛ ਮਾੜਾ ਮੋਟਾ ਆਪਣਾ ਦਿਖਾਊਗਾ ਹੀ ਵੀ ਮੈਂ ਨਹੀਂ ਤੈਨੂੰ ਮੰਨਦਾ ਜਾ। ਪਰ ਦੂਜੀ ਗੱਲ ਇਹ ਹੈ ਜਿਹੜੀ ਇਹ ਹੁਣ ਰਾਜਪਾਲ ਹੈ ਇਹ ਸਰਹੱਦੀ ਇਲਾਕਿਆਂ ਦਾ ਦੌਰਾ ਕਰਦਾ ਫਿਰਦਾ ਤੇ ਬਿਆਨ ਵੀ ਦਿੰਦਾ ਹੈ, ਇਹ ਆਪਣੀ ਰਿਪੋਰਟ ਤਿਆਰ ਕਰ ਰਿਹਾ ਹੈ। ਇੱਥੇ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਿਓ ਤੁਸੀਂ ਬਈ ਰਾਸ਼ਟਰਪਤੀ ਰਾਜ ਛੇਤੀ ਲੱਗ ਜੂਗਾ, ਜੋ ਮੇਰਾ ਮਨ ਕਹਿੰਦਾ। ਦੂਜੀ ਗੱਲ ਮੈਂ ਇੱਕ ਹੋਰ ਕਰਨੀ ਚਾਹੁੰਦਾ ਜਿਹੜੀ ਕਿ ਅੱਜ ਤੁਸੀਂ ਤੁਹਾਡਾ ਵਿਸ਼ਾ ਨਹੀਂ, ਪਰ ਮੈਂ ਥੋੜੇ ਸ਼ਬਦਾਂ 'ਚ ਇਹ ਕਹੂੰਗਾ ਬਈ ਜਿਹੜੀ ਇੱਕ ਸਰਬਜੀਤ ਕੌਰ ਮਾਣੂਕੇ ਨੇ ਕੋਠੀ ਦੱਬੀ ਹੈ ਉਹਦੇ ਬਾਰੇ 'ਚ ਅੱਜ ਬਹੁਤ ਇੱਕ ਮੈਂ ਚੈਨਲ ਤੇ ਕਾਫੀ ਕੁਝ ਸੁਣਿਆ, ਉਹਦੇ ਬਾਰੇ 'ਚ ਦਿਖਾਇਆ ਗਿਆ, ਡਾਕੂਮੈਂਟ ਦਿਖਾਏ ਗਏ ਨੇ, ਉਹ ਵੀ ਇੱਕ ਅਲੱਗਾ ਵਿਸ਼ਾ ਲੈ ਕੇ ਜੀ ਆਇਓ ਤੁਸੀਂ, ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ। ਥੈਂਕ ਯੂ ਜੀ। ਸ਼ੋਰ, ਬਿਲਕੁਲ ਲੈ ਕੇ ਆਵਾਂਗੇ ਜੀ, ਇਹ ਪੂਰੀ ਜਾਣਕਾਰੀ ਆ ਜਾਏ ਫਿਰ ਜੋ ਸਰਬਜੀਤ ਕੌਰ ਮਾਣੂਕੇ ਦੇ ਖਿਲਾਫ ਜੋ ਇਲਜ਼ਾਮ ਨੇ ਉਹਦੇ ਉੱਪਰ ਵੀ ਆਪਾਂ ਡਿਸਕਸ਼ਨ ਜ਼ਰੂਰ ਕਰਾਂਗੇ। ਮੀਨਵੈਲ ਕਾਕਾ ਬੈਂਸ ਕਹਿ ਰਹੇ ਨੇ ਕਿ ਅੱਖਾਂ ਬੰਦ ਕਰ ਲੈਣ ਨਾਲ ਬਿੱਲੀ ਕੋਲੋਂ ਬਚਿਆ ਨਹੀਂ ਜਾ ਸਕਦਾ। ਦਫਾ 356 ਵਾਲੀ ਬਿੱਲੀ ਦੌੜੀ ਆ ਰਹੀ ਹੈ। ਕਾਨੂੰਨ ਦਾ ਬਹਾਨਾ
ਲਾ ਕੇ ਇਹ ਸਭ ਕੁਝ ਜਾਇਜ਼ ਠਹਿਰਾਇਆ ਜਾਵੇਗਾ। ਸੋ ਉਹ ਵੀ ਇਹੋ ਹੀ ਅਮਨ ਕਾਨੂੰਨ ਦਾ ਬਹਾਨਾ ਲਾ ਕੇ ਸਭ ਕੁਝ ਜਾਇਜ਼ ਸਮਝਿਆ ਜਾਊਗਾ। ਸੋ ਉਹਦਾ ਕਹਿਣ ਦਾ ਭਾਵ ਹੈ ਵੀ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਵਾ। ਇਹ ਕਾਕਾ ਬੈਂਸ ਦਾ ਵਿਚਾਰ ਹੈ। ਦਰਸ਼ਨ ਧਾਲੀਵਾਲ ਕਹਿ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਜਪਾਲਾਂ ਰਾਹੀਂ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ। ਇਹ ਦਰਸ਼ਨ ਧਾਲੀਵਾਲ ਹੈ। ਸੋ ਹੁਣ ਤੱਕ ਜਿਹੜੇ ਜ਼ਿਆਦਾ ਕਾਲਰ ਆਏ ਨੇ ਉਹੀ ਸੋਚਦੇ ਨੇ ਕਿ ਰਾਜਪਾਲ ਦਖਲ ਦੇ ਰਹੇ ਨੇ, ਸੋ ਇਹਦੇ ਵਿੱਚ ਮੁੱਖ ਮੰਤਰੀ ਗਲਤ ਨਹੀਂ। ਸਿਰਫ ਮੈਂ ਇਹਦੇ 'ਚ ਇਹ ਕਹਿਣਾ ਚਾਹੁੰਦਾ ਵਾਂ ਕਿ ਬਿਲਕੁਲ ਠੀਕ ਹੋ ਸਕਦਾ ਵਾ ਜੋ ਤੁਸੀਂ ਕਹਿ ਰਹੇ ਜੇ, ਲੇਕਿਨ ਫਿਰ ਵੀ ਚਿੱਠੀਆਂ ਦਾ ਜਵਾਬ ਦੇਣਾ ਜਿਹੜਾ ਵਾ ਇੱਕ ਸੰਵਿਧਾਨਿਕ ਰਿਕੁਆਇਰਮੈਂਟ ਆ, ਔਰ ਉਹ ਚਿੱਠੀਆਂ ਦਾ ਜਵਾਬ ਜਿਹੜਾ ਵਾ ਉਹ ਦੇਣਾ ਬਣਦਾ ਵਾ। ਜੋ ਵੀ ਜਵਾਬ ਦੇਣਾ ਉਹ ਤੁਹਾਡੀ ਮਰਜ਼ੀ ਹੈ, ਲੇਕਿਨ ਕੋਈ ਵੀ ਚਿੱਠੀ ਜਿਹੜੀ ਆ ਉਹਦਾ ਜਵਾਬ ਨਾ ਦੇਣਾ ਸਹੀ ਨਹੀਂ। ਜਸਵਿੰਦਰ ਚਾਲ ਕਹਿ ਰਹੇ ਨੇ ਕਨਸੋਆਂ ਨੇ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਇਹ ਉਹਨਾਂ ਦਾ ਵਿਚਾਰ ਆ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਇੱਕ ਸਰਕਾਰ ਇੱਕ ਸਮੇਂ 'ਚ ਹੋਣੀ ਚਾਹੀਦੀ ਆ। ਇੰਝ ਲੱਗ ਰਿਹਾ ਵੀ ਗਵਰਨਰ ਆਪਣੀ ਲਾਈਨ ਕ੍ਰਾਸ ਕਰ ਰਹੇ ਆ। ਉਹਨਾਂ ਨੂੰ ਇੱਕ ਤਾਂ ਪ੍ਰੈਸ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ, ਔਰ ਦੋਵਾਂ ਧਿਰਾਂ ਨੂੰ ਮਿਲ ਕੇ ਇਹ ਮਸਲੇ ਹੱਲ ਕਰਨੇ ਚਾਹੀਦੇ ਆ। ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਵਾ, ਪਰ ਫਿਰ ਵੀ ਮਸਲੇ ਜਿਹੜੇ ਨੇ ਉਹ ਕਾਇਮ ਨੇ, ਬਰਕਰਾਰ ਨੇ। ਪਤਾ ਨਹੀਂ ਕੀ ਵਜ੍ਹਾ ਵਾ, ਪਰ ਤੁਸੀਂ ਚੰਗੀ ਟਿੱਪਣੀ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸਤਨਾਮ ਸਿੰਘ ਧਾਮੀ ਜੀ ਥੈਂਕ ਯੂ। ਦਵਿੰਦਰ ਲੋਪੋਂ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂ ਸੰਧੂ ਸਾਹਿਬ ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਵਿਸ਼ੇ ਤੇ ਰਹੂੰਗਾ ਜੀ। ਇਕਬਾਲ ਸਿੰਘ। ਕਿਸਾਨੀ ਦੇ ਵਿੱਚੋਂ ਹੈਗਾ ਭਗਵੰਤ ਮਾਨ, ਨੰਬਰ 2 ਮਾਸਟਰ ਜੀ ਦਾ ਬੇਟਾ, ਨੰਬਰ 3 ਇਮਾਨਦਾਰ। ਔਰ ਝੁਕਣਾ ਇਹਨੇ ਹੈ ਨਹੀਂ, ਇਹ ਬਿਲਕੁਲ ਨਹੀਂ ਝੁਕਣਾ, ਤੇ ਝੁਕਣਾ ਚਾਹੀਦਾ ਵੀ ਨਹੀਂ। ਸੱਚੇ ਬੰਦੇ ਹੁਣ ਆਓ ਅੱਗੇ। ਟਕਰਾਓ ਨਹੀਂ ਹੋਣਾ ਚਾਹੀਦਾ। ਸਰਕਾਰ ਤੇ ਕੋਈ ਅਸਰ ਨਹੀਂ ਪੈਂਦਾ, ਜਿੰਨਾ ਮਰਜ਼ੀ ਰਾਜਪਾਲ ਸਾਹਿਬ ਕਹਿੰਦੇ ਰਹੇ। ਜੇ ਇਸੇ ਤਰ੍ਹਾਂ ਟਕਰਾਓ ਹੁੰਦਾ ਰਿਹਾ, ਸਰਕਾਰ ਤੋੜਨ ਦੀ ਅਗਰ ਕੋਸ਼ਿਸ਼ ਕੀਤੀ ਗਈ, ਪਹਿਲਾਂ ਤਾਂ ਰਾਸ਼ਟਰਪਤੀ ਨੇ ਮੰਨਣਾ ਹੀ ਨਹੀਂ ਹੈਗਾ ਕਿ ਪੰਜਾਬ ਸਰਕਾਰ ਨੂੰ ਤੋੜਿਆ ਜਾਏ। ਮੈਂ ਫੇਸਬੁੱਕ ਤੇ ਰਾਸ਼ਟਰਪਤੀ ਨੂੰ ਸੁਣ ਲਿਆ ਬੋਲਦੀ ਹੋਈ ਨੂੰ ਕਿ ਜੇ ਸਰਕਾਰ ਤੋੜੀ ਜਾਂਦੀ ਹੈ ਨਾ, ਬਹੁਤ ਬੁਰੀ ਹਾਲਤ ਹੋ ਜੂਗੀ ਪੰਜਾਬ ਦੀ। ਟਕਰਾਓ ਦੀ ਨੀਤੀ ਪੈਦਾ ਹੋ ਜਾਣੀ ਹੈ। ਹੁਣ 92 ਸੀਟਾਂ ਜਦੋਂ ਦੁਬਾਰਾ ਚੁਣਾਵ ਹੋਇਆ 100 ਲੈ ਜਾਣੀਆਂ ਹੈਗੀਆਂ। ਜੋ ਕੁਝ ਹੋ ਰਿਹਾ ਉੱਥੇ ਬਹੁਤ ਗਲਤ ਹੋ ਰਿਹਾ। ਪਹਿਲਾਂ ਤਾਂ ਕਿਸੇ ਗਵਰਨਰ ਨੇ ਜਾ ਕੇ ਸਰਪੰਚਾਂ ਨੂੰ ਮਿਲਿਆ ਨਹੀਂ, ਹੁਣ ਹੌਲੀ ਹੌਲੀ ਸਰਪੰਚ ਸਾਹਿਬ ਆਪਣੇ ਚੌਂਕੀਦਾਰਾਂ ਨੂੰ ਇਕੱਠਾ ਕਰਕੇ ਮਿਲਣ। ਇਹੀ ਗਵਰਨਰ ਦੀ ਹੈਸੀਅਤ ਹੈਗੀ ਆ। ਬੜਾ ਮਹਿਸੂਸ ਹੁੰਦਾ, ਬੜੀ ਗੱਲ ਜ਼ਿਆਦਾ ਹੈ। ਮੋਦੀ ਸਾਹਿਬ ਪੈਸਾ ਨਹੀਂ ਦੇਣਗੇ ਪੰਜਾਬ ਨੂੰ। ਭਗਵੰਤ ਮਾਨ ਨੂੰ ਕਹੋ ਸਾਨੂੰ ਨੰਬਰ ਦੇ ਦੇ। ਪਹਿਲੀ ਦਫਾ $500 ਦਿੱਤਾ, ਜਿੱਦੇ ਭਗਵੰਤ ਮਾਨ ਹੁਣ 1000 ਦੇਵਾਂਗੇ ਅਸੀਂ, ਫਿਕਰ ਨਾ ਕਰੇ। ਤੁਹਾਡੇ ਪਿੱਛੇ ਬੇਸ਼ੱਕ ਸਾਡੀ ਉੱਥੇ ਕੋਈ ਜਾਇਦਾਦ ਨਹੀਂ ਹੈ, ਸਾਡੀ ਤਾਂ ਪਾਥੀਆਂ ਪੱਥਨ ਜੋਗੀ ਵੀ ਨਹੀਂ ਆ। ਆਖਿਰ ਪੰਜਾਬੀ ਤਾਂ ਹੈਗੇ ਆ, ਜੰਮੇ ਪਲੇ ਤਾਂ ਉੱਥੇ ਹੈਗੇ ਆ, ਸਰਹੱਦਾਂ ਤੇ ਲੜੇ ਤਾਂ ਹੈਗੇ ਆ। ਸਤਿ ਸ਼੍ਰੀ ਅਕਾਲ। ਮਿਹਰਬਾਨੀ। ਬਿਲਕੁਲ ਭਗਵੰਤ ਮਾਨ ਨੂੰ ਬੈਂਡ ਨਹੀਂ ਕਰਨਾ ਚਾਹੀਦਾ, ਝੁਕਣਾ ਨਹੀਂ ਚਾਹੀਦਾ। ਇਹ ਇਕਬਾਲ ਸਿੰਘ, ਕੈਪਟਨ ਇਕਬਾਲ ਸਿੰਘ ਦਾ ਵਿਚਾਰ ਹੈ। ਅੰਮ੍ਰਿਤਪਾਲ ਸਿੰਘ ਔਲਖ ਤੇ ਪਾਲੀ ਗਿੱਦਰਬਾ ਵੀ ਸਾਡੇ ਨਾਲ ਜੁੜ ਗਏ ਨੇ। ਅੰਮ੍ਰਿਤਪਾਲ ਔਲਖ ਦਾ ਵਿਚਾਰ ਆ ਕਿ ਕਟਾਰੂ ਚੱਕ ਵਾਲਾ ਮਸਲਾ ਤਾਂ ਸਰਕਾਰ ਨੇ ਪ੍ਰਭਾਵ ਵਰਤ ਕੇ ਕੰਪਲੇਂਟ ਵਾਪਸ ਕਰਵਾ ਲਈ ਹੈ। ਹੁਣ ਲੱਗਦਾ ਸਰਕਾਰ ਇਸ ਦਾ ਜਵਾਬ ਦੇਵੇਗੀ ਕਿ ਹੁਣ ਕੋਈ ਕੰਪਲੇਂਟ ਨਹੀਂ। ਸਰਕਾਰ ਦਾ ਰਾਜਪਾਲ ਨਾਲ ਟਕਰਾਅ ਬੇਲੋੜਾ ਹੈ। ਲੱਗਦਾ ਕੇਂਦਰ ਸਰਕਾਰ ਤੇ ਕੇਜਰੀਵਾਲ ਨੂੰ ਇਹ ਗੱਲ ਵਾਰਾ ਖਾ ਰਹੀ ਹੈ। ਭਗਵੰਤ ਮਾਨ ਇੱਕ ਮੋਹਰੇ ਵਜੋਂ ਕੰਮ ਕਰ ਰਿਹਾ ਵਾ, ਨੁਕਸਾਨ ਸਟੇਟ ਦਾ ਹੈ। ਅੰਮ੍ਰਿਤਪਾਲ ਸਿੰਘ ਔਲਖ ਬਾਕੀ ਕਾਲਰਸ ਨਾਲ ਥੋੜ੍ਹਾ ਜਿਹਾ ਵੱਖਰੀ ਗੱਲ ਕਰ ਰਹੇ ਨੇ। ਅੰਮ੍ਰਿਤਪਾਲ ਔਲਖ ਜੀ, ਕਟਾਰੂ ਚੱਕ ਦੇ ਖਿਲਾਫ ਜੇ ਕੰਪਲੇਂਟ ਵਾਪਸ ਹੋ ਵੀ ਗਈ ਆ ਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਜਿਹੜਾ ਮਸਲਾ ਵਾ ਉਹ ਤੇ ਕਾਇਮ ਹੈ ਨਾ। ਸੋ ਉਹਨੂੰ ਫਿਰ ਵੀ ਕੈਬਨਿਟ ਦੇ ਵਿੱਚ ਰੱਖਣਾ ਚਾਹੀਦਾ। ਇਹ ਵੀ ਇੱਕ ਵੱਡਾ ਸਵਾਲ ਹੈ ਤੇ ਸੈਪਰੇਟਲੀ ਕਿਸੇ ਦਿਨ ਡਿਸਕਸ਼ਨ ਕਰਾਂਗੇ। ਲੇਕਿਨ ਇੱਕ ਇਹ ਵੀ ਵਿਸ਼ਾ ਵਾ ਤਕਰਾਰ ਦਾ ਗਵਰਨਰ ਔਰ ਮੁੱਖ ਮੰਤਰੀ ਦੇ ਵਿਚਕਾਰ। ਪਾਲੀ ਗਿੱਦਰਬਾ ਕਹਿ ਰਹੇ ਨੇ ਕਿ ਗਵਰਨਰ ਉਸ ਫੁੱਫੜ ਵਰਗਾ ਜਿਹਨੇ ਹਰ ਵਧੀਆ ਤੇ ਚੰਗੇ ਕੰਮ 'ਚੋਂ ਨੁਕਸ ਕੱਢਣਾ ਹੁੰਦਾ, ਇਹੋ ਜਿਹੇ ਬੰਦੇ ਨੂੰ ਜ਼ਹਿਰ ਵੀ ਦੇ ਦਿਓ, ਉਹ 'ਚੋਂ ਵੀ ਨੁਕਸ ਕੱਢ ਦੇਗਾ। ਕਹੇਗਾ ਕਿ ਇਹਦੇ 'ਚ ਨਮਕ ਘਾਟਿਆ। ਇਹ ਪਾਲੀ ਗਿੱਦਰਬਾ ਦਾ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਇੱਕ ਹੋਰ ਕਾਲ ਲੈ ਕੇ ਮੈਂ ਛੋਟੀ ਜੀ ਬ੍ਰੇਕ ਲਊਂਗਾ। ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ, ਗੁਰਫਤਿਹ ਪ੍ਰੇਮਪੁਰਾ ਜੀ।
ਸੰਧੂ ਸਾਹਿਬ ਇਹ ਬੜਾ ਵਧੀਆ ਵਿਸ਼ਾ ਲਿਆਏ ਅੱਜ ਤੁਸੀਂ। ਜੀ ਜਿਹੜੀ ਸੈਂਟਰ ਹੈ ਨਾ ਮੋਦੀ ਸਰਕਾਰ, ਜਦੋਂ ਦੀ ਇਹ ਕਿਸਾਨਾਂ ਅੱਗੇ ਝੁਕੀ ਨਾ, ਕਿਸੇ ਵੀ ਸਟੇਟ ਦੇ ਕਿਸਾਨਾਂ ਨਾਲ ਨਹੀਂ ਖਹਿੰਦੀ। ਪੰਜਾਬ ਦੇ ਕਿਸਾਨਾਂ ਕਰਕੇ ਦੋ ਰੀਜਨ ਨੇ ਪੰਜਾਬ ਨੂੰ ਤੰਗ ਕਰਨ ਦੇ। ਇੱਕ ਤੇ ਕਿਸਾਨਾਂ ਕਰਕੇ, ਸਾਰੀਆਂ ਪਾਰਟੀਆਂ ਨੂੰ ਇਹ ਡਕਾਰ ਗਏ ਨੇ। ਆਮ ਪਾਰਟੀ ਇਹਨਾਂ ਅੱਗੇ ਹਟਦੀ। ਇਹ ਦੋ ਮੇਨ ਰੀਜਨ ਨੇ ਤੇ ਇਹਨਾਂ ਰਾਜਪਾਲ ਨੂੰ ਥਾਣੇਦਾਰ ਬਣਾ ਕੇ ਭੇਜੀ ਬੇਲੋੜਾ। ਤੇ ਇਹ ਵਿਵਾਦ ਸਟਾਰਟ ਤੇ ਰਾਜਪਾਲ ਲਈ ਹੋਇਆ ਨਾ, ਇੰਟਰਫੇਅਰ ਜ਼ਿਆਦਾ। ਦਿੱਲੀ 'ਚ ਵੀ ਉਹ ਕੇਜਰੀਵਾਲ ਨੂੰ ਪੁੱਠਾ ਲਟਕਾਏ ਆ। ਇਹ ਦੋ ਮੇਨ ਰੀਜਨ ਨੇ ਸੈਂਟਰ ਦੇ ਪੰਜਾਬ ਨੂੰ ਡਿਸਟਰਬ ਕਰਨ ਦੇ। ਮਿਹਰਬਾਨੀ, ਥੈਂਕ ਯੂ। ਸੈਂਟਰ ਨੂੰ ਹਾਂਜੀ, ਥੈਂਕ ਯੂ ਪ੍ਰੇਮਪੁਰਾ ਜੀ। ਮਿਸਕੀ ਗੁਪਤਾ ਦਾ ਕਮੈਂਟ ਹੈ ਕਿ ਨੈਤਿਕਤਾ ਕਿਸ ਚਿੜੀਆ ਦਾ ਨਾਂ ਹੈ, ਉਹ ਤਾਂ ਅਸੀਂ ਕਦੋਂ ਦੀ ਵੇਚ ਵੱਟ ਕੇ ਖਾ ਲਈ। ਇਹ ਮਿਸਕੀ ਗੁਪਤਾ ਦਾ। ਇੱਥੇ ਰੁਕ ਰਹੇ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅੱਜ ਵਾਲੇ ਮਸਲੇ ਦੇ ਉੱਪਰ ਗਵਰਨਰ ਔਰ ਮੁੱਖ ਮੰਤਰੀ ਦੇ ਵਿਚਕਾਰ ਟਕਰਾਵ ਕਿਉਂ, ਕੀ ਵਜ੍ਹਾ ਵਾ, ਦਾ ਕੀ ਅਸਰ ਪਊਗਾ, ਕੀ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਇਹਦਾ ਜਿਹੜੀ ਦਖਲਅੰਦਾਜ਼ੀ ਆ ਇਹਦਾ ਸਟੇਟ ਨੂੰ ਨੁਕਸਾਨ ਹੋਊਗਾ, ਹੋਰ ਸਥਿਤੀ ਦੇ ਉੱਪਰ ਕੀ ਨੁਕਸਾਨ ਇਹਦਾ ਹੋ ਸਕਦਾ ਵਾ। ਔਰ ਮੁੱਖ ਮੰਤਰੀ ਦੇ ਵਿਚਕਾਰ ਤਕਰਾਰ ਦੀ ਇਹ ਤਕਰਾਰ ਜਿਹੜਾ ਵਾ ਘਟਣ ਦੀ ਬਜਾਏ ਦਿਨੋਂ ਦਿਨ ਵੱਧ ਰਿਹਾ ਵਾ। ਇਹਦੇ ਕੀ ਨਤੀਜੇ ਨਿਕਲ ਸਕਦੇ ਨੇ, ਕੀ ਅਸਰ ਪੈ ਸਕਦਾ ਵਾ ਸਰਕਾਰ ਦੇ ਉੱਪਰ ਔਰ ਲੋਕਾਂ ਦੇ ਉੱਪਰ, ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਨੈਤਿਕਤਾ ਦੀ ਗੱਲ ਪਿਛਲੇ ਜਿਹੜਾ ਆਪਣਾ ਸੈਸ਼ਨ ਸੀਗਾ ਉਹਦੇ ਚੱਲੀ ਸੀ ਔਰ ਉਹਦੇ ਉੱਪਰ ਕੁਝ ਲੋਕਾਂ ਨੇ ਟਿੱਪਣੀ ਕੀਤੀ ਆ। ਦਰਸ਼ਨ ਧਾਲੀਵਾਲ ਕਹਿ ਰਹੇ ਨੇ ਨੈਤਿਕਤਾ ਤਾਂ ਭਾਰਤ ਸਰਕਾਰ ਵਿੱਚ ਹੈ ਹੀ ਨਹੀਂ। ਔਰ ਸ਼ੇਰਗਿੱਲ ਸਾਹਿਬ ਨੇ ਵੀ ਇਹੋ ਹੀ ਗੱਲ ਕੀਤੀ ਆ ਕਿ ਸਿਆਸੀ ਲੀਡਰਾਂ ਤੋਂ ਨੈਤਿਕਤਾ ਦੀ ਆਸ ਤੁਸੀਂ ਨਹੀਂ ਕਰ ਸਕਦੇ। ਮੀਨਵਾਈਲ ਮਨਜੀਤ ਸੁਰਖਾਂ ਤੇ ਪ੍ਰਗਟ ਬਲ ਹੋਣਾ ਦੇ ਵੀ ਤਾਜ਼ੇ ਕਮੈਂਟ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਜੇ। ਪ੍ਰਗਟ ਬਲ ਹੁਣੇ ਜੁੜੇ ਨੇ, ਉਹਨਾਂ ਦਾ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ੀਨਾ ਸਾਹਿਬ। ਹਾਂਜੀ ਸੰਧੂ ਸਾਹਿਬ, ਇਸ ਤਰ੍ਹਾਂ ਆ ਵੀ ਜਿਹੜਾ ਵੀ ਅਹੁਦਾ ਹੁੰਦਾ ਵਾ, ਜਿਹੜਾ ਕੋਈ ਉਹਦਾ ਇੱਕ ਨਾ ਇੱਕ ਜੋ ਪੋਸਟ ਹੁੰਦੀ ਆ, ਉਹਦੀ ਇੱਕ ਮਰਜ਼ਾਦਾ ਹੁੰਦੀ ਆ, ਉਹਦੀ ਇੱਕ ਨੈਤਿਕਤਾ ਹੁੰਦੀ ਆ। ਪਰ ਜਿਸ ਤਰ੍ਹਾਂ ਇੱਕ ਦੋ ਕਦਮ ਹੋ ਰਹੇ ਕਹੀ ਆ ਕਿ ਜਿਹੜੇ ਵੀ ਅਹੁਦੇ ਹੈਗੇ ਨੇ ਨਾ, ਉਹਨਾਂ ਦੀ ਮਰਜ਼ਾਦਾ ਜਿਹੜੀ ਆ ਖਤਮ ਹੋ ਚੁੱਕੀ ਆ। ਚਾਹੇ ਕੋਈ ਚੀਫ ਮਿਨਿਸਟਰ ਆ ਤੇ ਚਾਹੇ ਕੋਈ ਗਵਰਨਰ ਆ, ਚਾਹੇ ਕੋਈ ਹੋਰ ਮਿਨਿਸਟਰ ਨੇ, ਕਿਸੇ ਦੀ ਮਰਜ਼ਾਦਾ ਤੋਂ ਸਾਰੇ ਬਾਹਰ ਚਲ ਜਾਂਦੇ ਆ। ਹੁਣ ਇੱਕ ਜ਼ਿਲ੍ਹੇ ਦਾ ਜੀ, ਇੱਕ ਜ਼ਿਲ੍ਹੇ ਦਾ ਬਣਦਾ ਆ, ਮਤਲਬ ਦੋ ਜ਼ਿਲ੍ਹੇ ਦੇ ਮੁੱਖ ਹੁੰਦੇ ਨੇ, ਇੱਕ SSP ਹੁੰਦਾ ਤੇ ਇੱਕ IS ਹੁੰਦਾ ਦਾ, ਠੀਕ ਨੀ। ਔਰ ਉਹਨਾਂ ਨੂੰ ਇੱਕ ਬੜੇ ਵੱਡੇ ਟੈਸਟ ਲੰਘਣਾ ਪੈਂਦਾ ਆ। ਉਹ UPS ਦਾ ਟੈਸਟ ਪਾਸ ਕਰਕੇ ਫਿਰ ਇਹਨਾਂ ਇੰਟਰਵਿਊ ਹੁੰਦੀ ਆ ਤੇ ਬੜੀ ਮੁਸ਼ਕਿਲ ਦੇ ਨਾਲ ਉਹ IS ਤੇ IPS ਬਣਦੇ ਆ। ਫਿਰ ਬਾਅਦ 'ਚ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ ਤੇ ਟ੍ਰੇਨਿੰਗ ਹੋਣ ਤੋਂ ਬਾਅਦ ਉਹ ਜ਼ਿਲ੍ਹੇ ਦੇ ਮੁਖੀ ਬਣਦੇ ਆ। ਪਰ ਮੁਸ਼ਕਿਲ ਇਹ ਆ ਕਿ ਜਿਹੜਾ ਇੱਕ ਦੋ ਪੰਜਾਬ ਦੇ ਇੱਕ ਸਟੇਟ ਦੇ ਦੋ ਮੁਖੀ ਨੇ, ਇੱਕ ਗਵਰਨਰ ਆ ਤੇ ਇੱਕ ਚੀਫ ਮਿਨਿਸਟਰ ਆ, ਉਹ ਠੀਕ ਆ ਇਲੈਕਸ਼ਨ ਹੁੰਦੀ ਆ, ਵੋਟਾਂ ਲੈ ਕੇ ਬਣ ਜਾਂਦੇ ਆ, ਪਰ ਲੇਕਿਨ ਉਹਨਾਂ ਨੂੰ ਕਿਤੇ ਵੀ ਉਹਨਾਂ ਦੀ ਮਤਲਬ ਟ੍ਰੇਨਿੰਗ ਨਹੀਂ ਹੁੰਦੀ। ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਤੁਹਾਡੀ ਕੀ ਡਿਊਟੀ ਆ ਤੇ ਤੁਸੀਂ ਆਪਣੀ ਡਿਊਟੀ ਕਿੱਦਾਂ ਨਿਭਾਉਣੀ ਆ। ਹੁਣ ਜਿੱਥੋਂ ਤੱਕ ਮੁੱਖ ਮੰਤਰੀ ਆ ਵੋਟਾਂ ਲੈ ਕੇ ਬਣ ਗਏ ਆ, ਲੇਕਿਨ ਉਹਨਾਂ ਨੂੰ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀ ਮਰਜ਼ਾਦਾ ਕੀ ਆ, ਉਹਨਾਂ ਨੇ ਕਿਹੜੇ ਕੰਮ ਕਰਨੇ ਆ ਔਰ ਕਿਸ ਤਰ੍ਹਾਂ ਕਰਨੇ ਆ, ਇਹਨਾਂ ਦੀ ਸ਼ਾਇਦ ਉਹਨਾਂ ਨੂੰ ਕੋਈ ਏਡੀ ਜ਼ਿਆਦਾ ਨੌਲੇਜ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਜਿਹੜੇ ਗਵਰਨਰ ਬਣਦੇ ਆ ਜੀ, ਗਵਰਨਰ ਵੀ ਉਹ ਮੈਂ ਜੋ ਮੇਰਾ ਤਜਰਬਾ ਜ਼ਿੰਦਗੀ ਦਾ ਹੈਗਾ ਪਿਛਲੇ 60-65 ਸਾਲ ਦਾ, ਮੈਂ ਤਾਂ ਇਹੀ ਦੇਖ ਰਿਹਾ ਵੀ ਜਿਹੜੀ ਪਾਰਟੀ ਸੈਂਟਰ 'ਚ ਹੁੰਦੀ ਆ, ਜਿਹੜੇ ਉਹਨਾਂ ਦੇ ਲੀਡਰ ਸਿਆਸਤ ਵਿੱਚੋਂ ਰਿਟਾਇਰ ਹੋ ਜਾਂਦੇ ਆ, ਉਹਨਾਂ ਨੂੰ ਮੁੜ ਕੇ ਉਹ ਗਵਰਨਰ ਬਣਾ ਦਿੰਦੇ ਆ। ਪਰ ਸ਼ੀਨਾ ਸਾਹਿਬ ਰਿਟਾਇਰ ਕਰ ਦਿੱਤੇ ਆ ਵੀ ਉਹ ਸਿਆਸਤ ਵਿੱਚ ਕੰਮ ਕਰਨ ਦੇ ਯੋਗ ਨਹੀਂ ਹੈਗੇ, ਤੇ ਉਹਨਾਂ ਨੂੰ ਆਪਾਂ ਰਿਟਾਇਰ ਕਰ ਦਿੱਤਾ ਹੈ ਤੇ ਮੁੜ ਕੇ ਉਹਨਾਂ ਨੂੰ ਆਪਾਂ ਗਵਰਨਰ ਬਣਾ ਦਿੰਦੇ ਆ ਵੀ ਤੁਸੀਂ ਜਾ ਕੇ ਤੇ ਹੁਣ ਇੱਕ ਜਿਹੜੀ ਸਟੇਟ ਹੈਗੀ ਆ, ਜਿਹੜਾ ਉੱਥੇ ਦੇ ਸਿਆਸੀ ਬੰਦੇ ਹੈਗੇ, ਜਾ ਕੇ ਉਹਨਾਂ ਦੇ ਉੱਤੇ ਤੁਸੀਂ ਹੁਣ ਜਾ ਕੇ ਆਪਣਾ ਰਾਜ ਕਰਨਾ ਹੈ, ਠੀਕ ਨਹੀਂ। ਉਹਨਾਂ ਨੂੰ ਜਾ ਕੇ ਆਪਾਂ ਤੁਸੀਂ ਉਹਨਾਂ ਨੂੰ ਕੰਟਰੋਲ ਕਰਨਾ ਹੈ। ਸੋ ਇਹ ਜਿਹੜੀ ਸੰਧੂ ਸਾਹਿਬ ਇਹ ਜਿਹੜੀ ਗੱਲ ਆ, ਹੈਲੋ ਸ਼ੀਨਾ ਸਾਹਿਬ, ਇਹ ਜੋ ਤੁਸੀਂ ਕਹਿ ਰਹੇ ਚਲੋ ਟ੍ਰੇਨਿੰਗ ਤੇ ਨਹੀਂ ਹੈ, ਲੇਕਿਨ ਬਹੁਤ ਸਾਰੇ ਨਾਲ ਅਫਸਰ ਹੁੰਦੇ ਜਿਹੜੇ ਦੱਸਦੇ ਆ ਤੁਹਾਨੂੰ ਵੀ ਕੀ ਸਹੀ ਆ, ਕੀ ਮਰਿਆਦਾ ਵਾ, ਕੀ ਸੰਵਿਧਾਨ ਦੀ ਰਿਕੁਆਇਰਮੈਂਟ ਹੈ। ਸੋ ਤੁਹਾਨੂੰ ਦੱਸਣ ਵਾਲੇ ਬੰਦੇ ਵੀ ਤਾਂ ਹੁੰਦੇ ਆ ਨਾ ਉੱਥੇ। ਨਹੀਂ ਫਿਰ ਹੁਣ ਜਿਹੜੇ ਬਣਾ ਲਓ, ਜਿਹੜੇ ਮੰਨ ਲਓ ਹੁਣ ਚੀਫ ਸੈਕਟਰੀ ਹੈਗਾ, ਜੇ ਚੀਫ ਸੈਕਟਰੀ ਨੂੰ ਇਹ ਪਤਾ ਆ ਕਿ ਮੈਂ ਇੱਕ ਅਫਸਰ ਸੀਨੀਅਰ ਅਫਸਰ ਬਣਿਆ, ਮੈਂ ਤਾਂ ਬਣਿਆ ਵਾ, ਮਤਲਬ ਕਿ ਸਟੇਟ ਦਾ ਆਪਣਾ ਚੀਫ ਸੈਕਟਰੀ ਬਣਿਆ ਆ, ਤੇ ਮੈਂ ਇਹਨਾਂ ਨੂੰ ਦੱਸਾਂ, ਮਤਲਬ ਸਲਾਹ ਦੇਵਾਂ
ਚੀਫ ਮਿਨਿਸਟਰ ਨੂੰ ਵੀ ਜਿਹੜੇ ਸੰਵਿਧਾਨਕ ਤੌਰ ਦੇ ਉੱਤੇ ਜਿਹੜੀਆਂ ਚਿੱਠੀਆਂ ਆ ਰਹੀਆਂ ਨੇ ਗਵਰਨਰ ਤੋਂ ਉਹਦਾ ਜਵਾਬ ਦੇਣਾ ਸਾਡਾ ਮਤਲਬ ਸਾਡਾ ਫਰਜ਼ ਬਣਦਾ ਆ। ਤੇ ਜਾਂ ਤੇ ਫਿਰ ਉਹਨਾਂ ਦੀ ਗੱਲ ਜਿਹੜੇ ਚੀਫ ਸੈਕਟਰੀ ਹੈਗੇ ਉਹਨਾਂ ਦੀ ਗੱਲ ਚੀਫ ਮਿਨਿਸਟਰ ਸੁਣਦਾ ਨਹੀਂਗਾ, ਤੇ ਜੇ ਜਾਂ ਉਹ ਉਹਨਾਂ ਨੂੰ ਚੰਗੀ ਸਲਾਹ ਦਿੰਦੇ ਨਹੀਂਗੇ, ਇਹਦੇ ਵਿੱਚ ਕੋਈ ਨਾ ਕੋਈ ਆਪਾਂ ਕਿਤੇ ਨਾ ਕਿਤੇ ਆਪਾਂ ਇਹ ਗੱਲ ਵਿੱਚ ਕੋਈ ਨਾ ਨੁਕਸਾ ਹੈਗਾ ਵੀ ਹੈ ਨਾ। ਤੇ ਉਹ ਜੇ ਆਪਾਂ ਨੂੰ ਜੇ ਚੀਫ ਸੈਕਟਰੀ ਮਤਲਬ ਚੰਗਾ ਸਲਾਹ ਕਰ ਰਿਹਾ, ਇੱਕ DGP ਚੰਗਾ ਸਲਾਹ ਕਰ ਰਿਹਾ, ਤੇ ਫਿਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਚੰਗੀ ਸਲਾਹ ਦੇਣ ਤੇ ਉਹ ਚੰਗੀ ਸਲਾਹ ਮੰਨਣ। ਤੇ ਜੇ ਹੁਣ ਜਿੱਦਾਂ ਜਿਹੜੇ ਗਵਰਨਰ ਬਣਦੇ ਆ ਜੀ ਉਹਨਾਂ ਦੀ ਉਹ ਵੀ ਇੱਕ ਮਰਿਆਦਾ ਹੀ ਰਹਿਣ ਵੀ ਅਸੀਂ ਗਵਰਨਰ ਆ, ਅਸੀਂ ਮਤਲਬ ਉਸ ਪਾਰਟੀ ਦੇ ਨੁਮਾਇੰਦੇ ਨਹੀਂ ਹੈਗੇ ਵੀ ਅਸੀਂ ਹੁਣ ਭਾਜਪਾ ਦੇ ਨੁਮਾਇੰਦੇ ਨਹੀਂ ਹੈਗੇ ਕਿ ਅਸੀਂ ਭਾਜਪਾ ਦੇ ਜਿਹੜੀ ਪਾਰਟੀ ਆ ਉਹਦੇ ਸੋਰੇ ਸਾਹਿਬ ਦੋਵਾਂ ਦਾ ਨੁਕਸ ਆ, ਦੋਵਾਂ ਦਾ ਫਰਜ਼ ਹੈ ਜੀ। ਇਹਦੇ ਵਿੱਚ ਨੁਕਸਾਨ ਤਾਂ ਹੁਣ ਸਟੇਟ ਦਾ ਹੋ ਰਿਹਾ ਨਾ, ਪੰਜਾਬ ਦੇ ਲੋਕਾਂ ਦਾ ਹੋ ਰਿਹਾ ਨਾ। ਜਿਹੜੇ ਉਹਨਾਂ ਦੀ ਗੱਲ ਨਹੀਂ ਮੰਨਦੇ ਗਵਰਨਰ ਦੀ, ਤੇ ਉਹ ਫਿਰ ਜਿਹੜੇ ਫੰਡ ਹੋਰ ਵੀ ਆਉਂਦੇ ਆ ਜਾਂ ਹੋਰ ਸਹੂਲਤਾਂ ਸੈਂਟਰ 'ਚ ਆਉਂਦੀਆਂ, ਉਹ ਕਹਿੰਦੇ ਵੀ ਸਾਡੀ ਗੱਲ ਨਹੀਂ ਮੰਨਦੇ ਆ ਚੀਫ ਮਿਨਿਸਟਰ, ਇਸ ਕਰਕੇ ਇਹ ਸਹੂਲਤਾਂ ਬੰਦ ਕਰ ਦਿੰਦੀਆਂ ਨੇ। ਨੁਕਸਾਨ ਤੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਨਾ। ਮਿਹਰਬਾਨੀ ਥੈਂਕ ਯੂ ਸ਼ੀਨਾ ਸਾਹਿਬ। ਤੁਹਾਡੀ ਗੱਲ ਕਾਫੀ ਦੇਰ ਪਹਿਲਾਂ ਹੋ ਗਈ ਸੀ ਪੂਰੀ, ਉਸ ਤੋਂ ਬਾਅਦ ਤੁਸੀਂ ਰਿਪੀਟ ਕਰ ਰਹੇ ਜੇ, ਸੋ ਬਰੀਫ ਰਹੋ ਥੋੜ੍ਹਾ ਜਿਹਾ ਪਲੀਜ਼, ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਨੂੰ। ਸਿਕੰਦਰ ਸਿੰਘ ਔਜਲਾ, ਲਖਵੀਰ ਸਿੰਘ, ਕਾਕਾ ਬੈਂਸ, ਸਤਨਾਮ ਸਿੰਘ ਧਾਮੀ, ਇਹਨਾਂ ਦੇ ਕਮੈਂਟ ਵੀ ਤੁਸੀਂ ਦੇਖ ਸਕਦੇ ਜੇ। ਹੁਣੇ ਮੈਂ ਦੇਖਿਆ ਸੀ ਕਿ ਡਾਕਟਰ ਮਲਕੀਤ ਮਾਨ ਮਿਰਜਿਆਣਾ ਦਾ ਵੀ ਕਮੈਂਟ ਆਇਆ ਵਾ, ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਡਿਸਪਲੇ ਕਰਨ ਨੂੰ। ਥੋੜ੍ਹਾ ਜਿਹਾ ਲੰਬਾ ਕਮੈਂਟ ਸੀਗਾ, ਪਰ ਜੇ ਕਮੈਂਟ ਸਾਡੇ ਸ਼ੋਅ ਕਰਦਾ ਹੋਇਆ ਤੇ ਉਹ ਡਿਸਪਲੇ ਜ਼ਰੂਰ ਕਰਾਂਗੇ। ਮੀਨਵਾਈਲ ਸਤਨਾਮ ਸਿੰਘ ਧਾਮੀ ਦਾ ਵਿਚਾਰ ਆ ਕਿ ਆਪੋਜੀਸ਼ਨ ਨੂੰ ਗਵਰਨਰ ਕੋਲ ਤਦ ਹੀ ਜਾਣਾ ਚਾਹੀਦਾ ਜੇ ਕੋਈ ਹੋਰ ਵੇ ਆਊਟ ਨਾ ਹੋਵੇ। ਆਪੋਜੀਸ਼ਨ ਗਵਰਨਰ ਨੂੰ ਆਪਣੇ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਜੋ ਗਲਤ ਹੈ। ਕਾਕਾ ਬੈਂਸ ਦਾ ਵਿਚਾਰ ਹੈ ਕਿ ਗਵਰਨਰ ਜਿੰਨਾ ਮਰਜ਼ੀ ਗਲਤ ਹੋਣ, ਮਾਨ ਸਾਹਿਬ ਦਾ ਵੀ ਫਰਜ਼ ਬਣਦਾ ਵਾ ਕਿ ਉਹ ਚਿੱਠੀ ਦਾ ਜਵਾਬ ਜ਼ਰੂਰ ਦੇਣ। ਮਿਸਕੀ ਗੁਪਤਾ ਤੇ ਲਖਵੀਰ ਸਿੰਘ ਦੇ ਵੀ ਤਾਜ਼ੇ ਕਮੈਂਟ ਤੁਸੀਂ ਦੇਖ ਸਕਦੇ ਜੀ। ਵਿਲ ਟੇਕ ਦੀ ਡਾਕਟਰ ਮਲਕੀਤ ਮਾਨ ਦਾ ਕਮੈਂਟ ਆਇਆ ਵਾ ਕਿ ਸਰਕਾਰ ਕਿਸੇ ਪਾਰਟੀ ਸਰਕਾਰ ਕਿਸੇ ਪਾਰਟੀ ਦੀ ਹੁੰਦੀ ਮੋਦੀ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਸੈਂਟਰ ਦੇ ਉਲਟ ਸਰਕਾਰ ਹੋਵੇ। BJP ਦਾ ਮਕਸਦ ਪੰਜਾਬ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ, ਜੋ ਪੰਜਾਬ ਲਈ ਘਾਤਕ ਹੈ। ਰਾਜਪਾਲ ਦਾ ਕੰਮ ਸਰਕਾਰ ਦੇ ਕੰਮਾਂ ਨੂੰ ਵੇਖਣਾ ਹੁੰਦਾ, ਇਹ ਤਾਂ ਸੌਂਕਣਾ ਵਾਂਗ ਲੜਾਈ ਕਰਨ ਤੇ ਉਤਰ ਆਏ ਨੇ। ਇਹ ਡਾਕਟਰ ਮਰਜਿਆਣਾ ਦਾ ਕਮੈਂਟ ਹੈ। ਮੀਨਵਾਈਲ ਗੁਲਿੰਦਰ ਗਿੱਲ ਦਾ ਕਮੈਂਟ ਆਇਆ ਵਾ ਕਿ ਗਵਰਨਰ ਇੱਕ ਸੈਂਟਰ ਦੇ ਜਸੂਸ ਦਾ ਕੰਮ ਕਰਦਾ ਹੈ, ਗਵਰਨਰ ਹੋਣਾ ਹੀ ਨਹੀਂ ਚਾਹੀਦਾ। CM ਚੁਣਿਆ ਹੁੰਦਾ, ਉਸ ਨੂੰ ਆਜ਼ਾਦੀ ਨਾਲ ਕੰਮ ਕਰਨਾ ਚਾਹੀਦਾ, ਇਸ ਨਾਲ ਹੀ ਯੂਨੀਅਨ ਆਫ ਸਟੇਟਸ ਦਾ ਮੁਲਕ ਬਣ ਸਕਦਾ ਵਾ। ਗਵਰਨਰ ਦਾ ਸੈਂਟਰ ਦੇ ਜਸੂਸ ਵਜੋਂ ਨਹੀਂ ਹੋਣਾ ਚਾਹੀਦਾ। ਗੁਲਿੰਦਰ ਗਿੱਲ ਜੀ, ਇਹ ਤਾਂ ਸੰਵਿਧਾਨਿਕ ਰਿਕੁਆਇਰਮੈਂਟ ਆ, ਇਹ ਤਾਂ ਆਪਾਂ ਨਹੀਂ ਕਹਿ ਸਕਦੇ। ਤਾਂ ਉੱਦਾਂ ਦੀ ਗੱਲ ਹੈ ਵੀ ਕਹਿ ਦਿਓ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਨਹੀਂ ਹੋਣਾ ਚਾਹੀਦਾ ਜਾਂ ਉੱਥੇ ਗਵਰਨਰ ਨਹੀਂ ਹੋਣੇ ਚਾਹੀਦੇ। ਉਹ 'ਤੇ ਜੋ ਸੰਵਿਧਾਨਿਕ ਰਿਕੁਆਇਰਮੈਂਟ ਹੈ ਉਹ ਤਾਂ ਹੈ ਹੀ ਨਾ, ਉਹਦੇ 'ਚ ਤਬਦੀਲੀ ਜ਼ਰੂਰ ਆ ਸਕਦੀ ਆ, ਪਰ ਆਪਾਂ ਕਹਿ ਦਈਏ ਵੀ ਗਵਰਨਰ ਹੋਣਾ ਹੀ ਨਹੀਂ ਚਾਹੀਦਾ, ਇਹ ਤਾਂ ਇੱਕ ਬੇਸਿਕ ਸਟਰਕਚਰ ਸੰਵਿਧਾਨ ਦਾ ਜਿਹੜਾ ਉਹਦੇ 'ਚ ਸੋਧ ਦੀ ਲੋੜ ਹੈ, ਉਹ ਜਿਹੜਾ ਬਹੁਤ ਔਖਾ ਵਾ ਉਹਨੂੰ ਸੋਧ ਕਰਨੀ। ਮੀਨਵਾਈਲ ਮਿਸਕੀ ਗੁਪਤਾ ਦਾ ਕਮੈਂਟ ਹੈ ਕਿ ਕੀ ਲੋੜ ਸੀ ਦਿੱਲੀ ਦੀ ਮਹਾ ਰੈਲੀ ਵਿੱਚ ਪੰਜਾਬ ਦੇ ਰਾਜਪਾਲ 'ਤੇ ਨਿਸ਼ਾਨਾ ਸਾਧਨ ਦੀ। ਜਦੋਂ ਐਕਸ਼ਨ ਹੋਵੇਗਾ ਤਾਂ ਹਰਿਆਣਾ ਤਾਂ ਜੋ ਵੀ ਰਿਐਕਸ਼ਨ ਆਉਣਾ ਹੀ ਸੀ। ਸੋ ਕੀ ਲੋੜ ਸੀਗੀ ਭਗਵੰਤ ਮਾਨ ਨੂੰ ਉੱਥੇ ਪੰਜਾਬ ਦਾ ਮਸਲਾ ਉੱਥੇ ਲੈ ਕੇ ਜਾਣ ਦੀ, ਪਰ ਉਹ ਮਸਲਾ ਸੈਂਟਰ ਵਰਸਸ ਸਟੇਟ ਦਾ ਮਸਲਾ ਸੀ। ਸੋ ਇਸ ਕਰਕੇ ਸ਼ਾਇਦ ਇਹ ਮਸਲਾ ਮਿਸਕੀ ਗੁਪਤਾ ਜੀ ਉਹਨਾਂ ਨੂੰ ਉੱਥੇ ਚੁੱਕਣਾ ਪਿਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਅਗਲੀ ਕਾਲ ਪੈਚ ਆ, ਭਾਈ ਸਾਹਿਬ ਨੂੰ ਸ਼ਾਇਦ ਸਮਝ ਨਹੀਂ ਆ ਰਹੀ ਕਿ ਉਹਨਾਂ ਨੇ ਹਾਂਜੀ ਆਪਣੀ ਗੱਲ ਪੂਰੀ ਕਰੋ। ਹੈਲੋ ਸੋਢੀ ਸਾਹਿਬ, ਤੁਹਾਡੀ ਆਵਾਜ਼ ਆ ਰਹੀ ਆ, ਆਪਣੀ ਗੱਲ ਪੂਰੀ ਕਰੋ। ਮੈਂ ਤਾਂ ਅਜੇ ਬੋਲਿਆ ਹੀ ਨਹੀਂ, ਪੂਰੀ ਕੀ ਕਰਨੀ। ਵੇਖੋ ਗੱਲ ਸੁਣੋ ਸੰਧੂ ਸਾਹਿਬ, ਬੇਨਤੀ ਹੈਗੀ ਇਹੋ ਕਿ ਜਿਹੜੇ ਬੰਦੇ ਹੁਣ ਭਗਵੰਤ ਮਾਨ ਦੀ ਸਾਈਡ ਲੈ ਕੇ ਤੇ ਉਹ ਕਹਿੰਦੇ ਆ, ਵੇਖੋ ਆਪਾਂ ਉਹਨਾਂ ਨੂੰ ਕਹਿੰਦੇ ਕੁਛ ਨਹੀਂ, ਕੋਈ ਬਹਿਸ ਨਹੀਂ ਕਰਦੇ, ਇਹ ਠੀਕ ਹੈ ਵੀ ਚਲੋ ਚੁਣੀ ਸਰਕਾਰ ਇਹਦਾ ਹੱਕ ਬਣਦਾ, ਪਰ ਹਰ ਚੀਜ਼ ਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਹੁੰਦਾ। ਜੇ ਆਪਾਂ ਕਾਇਦਾ ਕਾਨੂੰਨ ਨੂੰ ਛੱਡ ਕੇ ਤੇ ਆਪਾਂ ਕਹੀਏ ਵੀ ਭਗਵੰਤ ਮਾਨ ਦੀ ਜਾਂ ਕੇਜਰੀਵਾਲ ਦੀ ਮਦਦ ਕਰਨੀ ਹੈ, ਇਹ ਇੰਪੋਸੀਬਲ ਆ। ਠੀਕ ਹੈ ਨਾ।
ਜੇ ਹੁਣ ਮਤਲਬ ਉਹਨੇ ਇਹਨਾਂ ਦੀ ਕੋਈ ਗੱਲ ਕੀਤੀ ਆ ਵੀ ਉਹ ਬਾਰਡਰ ਤੇ ਜਾ ਕੇ ਗੇੜਾ ਮਾਰ ਆਇਆ ਤੇ ਇਹਨਾਂ ਨੂੰ ਬੁਰੀ ਲੱਗੀ ਹੈ, ਇਹਨਾਂ ਉਹਨੂੰ ਕਹਿਤੀ ਹੈ ਨਾ। ਇਹ ਹੁਣ ਜਿਹੜਾ ਇੱਕ ਫਿਰੋਜ਼ਪੁਰ ਜਿਹਨੇ ਪੈਸੇ ਲਏ, ਇੱਕ ਨੇ 2 ਨੰਬਰ 'ਚ ਪੇਪਰ ਦੇਣ ਦੀ ਗਲਤ ਗੱਲ ਕੀਤੀ ਤੇ ਕਟਾਰੂ ਚੱਕ ਵਾਲਾ ਮਸਲਾ, ਇਹਦੇ ਵਿੱਚ ਇਹਨਾਂ ਨੇ ਜਵਾਬ ਕਿਉਂ ਨਹੀਂ ਦਿੱਤਾ? ਇਹ ਨਹੀਂ ਆਪਾਂ ਬੋਲਦੇ ਕੋਈ ਵੀ। ਸਹੀ ਗੱਲ ਹੈ, ਠੀਕ ਹੈ ਨਾ। ਜੇ ਕਾਨੂੰਨ ਨੂੰ ਸਹੀ ਰੱਖਣਾ ਹੈ, ਵੇਖੋ ਕਹਿੰਦੇ ਕਿਸੇ ਵੱਲ ਨੂੰ ਇੱਕ ਉਂਗਲ ਕਰੋ ਤੇ 3 ਆਪਣੇ ਵੱਲ ਨੂੰ ਆ ਜਾਂਦੀਆਂ। ਜੇ ਆਪਾਂ ਗਵਰਨਰ ਵੱਲ ਨੂੰ ਕਰਦੇ ਹਾਂ ਤੇ ਜਿਹੜੀਆਂ 3 ਆਪਾਂ ਵੱਲ ਆਉਂਦੀਆਂ ਉਹਦਾ ਅਸੀਂ ਕੀ ਜਵਾਬ ਦਿੰਦੇ ਹਾਂ? ਹੁਣ ਇੱਕ ਥਾਂ ਕਤਲ ਹੋ ਗਿਆ, ਕਤਲ ਵਾਲੇ ਬੰਦਿਆਂ ਨੇ ਮਤਲਬ ਸੁਲ੍ਹਾ ਹੋ ਗਈ, ਪੈਸੇ ਪੋਹੇ ਜਾਂ ਜ਼ਮੀਨ ਦਾ ਕਿੱਲਾ 2 ਕਿੱਲੇ ਲੈ ਕੇ ਜਿੱਦਾਂ ਆਮ ਚੱਲਦਾ, ਉਹਨਾਂ ਨੇ ਸੁਲ੍ਹਾ ਕਰ ਲਈ ਤੇ ਉਹ ਜੱਜ ਨੇ ਨਾ ਜਿਹੜਾ ਬੰਦਾ ਸੀ ਦੋਸ਼ੀ ਉਹਨੂੰ ਬਰੀ ਨਹੀਂ ਕੀਤਾ। ਉਹਨੂੰ ਕਹਿੰਦਾ ਵੀ ਜਿਹੜਾ ਉਹ ਕਤਲ ਉੱਥੇ ਹੋਇਆ, ਕਹਿੰਦਾ ਮੈਂ ਮਾਰਿਆ, ਕਹਿੰਦਾ ਨਹੀਂ, ਕਹਿੰਦਾ ਐਸਪੀ ਨੇ ਨਹੀਂ, ਡੀਐਸਪੀ ਨੇ, ਐਸਐਚਓ ਨੇ ਨਹੀਂ, ਕਹਿੰਦਾ ਬੰਦਾ ਤੇ ਮਰਿਆ ਨਾ, ਕਹਿੰਦਾ ਆਹੋ, ਕਹਿੰਦਾ ਹੁਣ ਤੁਸੀਂ ਪੈਸੇ ਦੇ ਰਹੇ, ਇਹਦੇ ਨਾਲ ਕਤਲ ਨਹੀਂ ਧੋਤਾ ਜਾਣਾ ਤੇ ਮੈਂ ਤੈਨੂੰ ਸਜ਼ਾ ਦਿਆਂਗਾ। ਉਹਨੇ ਉਮਰ ਕੈਦ ਦੀ ਸਜ਼ਾ ਦਿੱਤੀ। ਜੇ ਮਤਲਬ ਕਿ ਉਸ ਮੁੰਡੇ ਨੇ ਪੈਸੇ ਲੈ ਕੇ ਜਾਂ ਕਿਸੇ ਤਰੀਕੇ ਉਹ ਮੁੱਕਰ ਵੀ ਗਿਆ ਵੀ ਮੇਰੇ ਨਾਲ ਇਹ ਕਾਰਵਾਈ ਨਹੀਂ ਹੋਈ ਤੇ ਵੀਡੀਓ ਕਿੱਥੋਂ ਆ ਗਈ? ਠੀਕ ਹੈ ਨਾ। ਇਹਨਾਂ ਗੱਲਾਂ ਵਾਸਤੇ ਜੇ ਆਪਾਂ ਭਗਵੰਤ ਮਾਨ ਦੀ ਜਾਂ ਕੇਜਰੀਵਾਲ ਦੀ ਸਾਈਡ ਲਈ ਜਾਵਾਂਗੇ ਤੇ ਆਪਾਂ ਦੇਸ਼ ਲਈ ਮਤਲਬ ਦੇਸ਼ ਦੇ ਹੱਕ 'ਚ ਨਹੀਂ ਜਾਵਾਂਗੇ, ਦੇਸ਼ ਦਾ ਨੁਕਸਾਨ ਕਰਾਂਗੇ। ਸ਼ੋਰ ਕਾਇਦੇ ਕਾਨੂੰਨ ਸਾਰਿਆਂ ਵਾਸਤੇ ਹੀ ਆ ਔਰ ਕਾਇਦੇ ਕਾਨੂੰਨ ਜਿਹੜੇ ਨੇ ਉਹ ਉਹਨਾਂ ਦੀ ਪਾਲਣਾ ਕਰਨੀ ਹੀ ਪੈਂਦੀ ਹੈ। ਮਿਹਰਬਾਨੀ ਸੋਢੀ ਸਾਹਿਬ, ਥੈਂਕ ਯੂ। ਜੋਗਿੰਦਰ ਸਿੰਘ ਗਿੱਲ ਕਹਿ ਰਹੇ ਨੇ ਗਵਰਨਰ ਜਿਹੜਾ ਅੰਗਰੇਜ਼ਾਂ ਵੇਲੇ ਰੈਜ਼ੀਡੈਂਟ ਹੁੰਦਾ ਸੀ ਉਹਦਾ ਕੰਮ ਕਰਦਾ ਵਾ। ਪ੍ਰਗਟ ਸਿੰਘ ਬਲ ਕਹਿ ਰਹੇ ਨੇ ਗਵਰਨਰ ਦਾ ਮਕਸਦ ਹੁੰਦਾ ਇੰਜਨ ਨੂੰ ਕੰਟਰੋਲ ਕਰਨ ਦਾ ਔਰ ਉਹਦਾ ਇੱਕ ਬੜਾ ਜ਼ਰੂਰੀ ਰੋਲ ਹੁੰਦਾ ਵਾ। ਮਨਜੀਤ ਸੁਰਖਾਂ ਤੇ ਜਸਵਿੰਦਰ ਚਾਹਲ ਦੇ ਤਾਜ਼ੇ ਕਮੈਂਟ ਜਿਹੜੇ ਨੇ ਉਹ ਵੀ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੀ। ਅਗਲੀ ਕਾਲ ਲੈਂਦੇ ਆ, ਦੇਖਦੇ ਹਾਂ ਅਗਲੇ ਕਾਲਰ ਜਿਹੜੇ ਨੇ ਇਸ ਮਸਲੇ ਤੇ ਕੀ ਦ੍ਰਿਸ਼ਟੀਕੋਣ ਰੱਖਦੇ ਆ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਸੰਧੂ ਸਾਹਿਬ, ਮੁੱਖ ਮੰਤਰੀ ਨੂੰ ਇਹ ਜਵਾਬ ਚਿੱਠੀਆਂ ਦਾ ਬਹੁਤ ਵਧੀਆ ਤਰੀਕੇ ਨਾਲ ਦੇਣਾ ਚਾਹੀਦਾ, ਨਾ ਕਿ ਅੜਨਾ ਚਾਹੀਦਾ। ਚੁੱਪ ਕਰਕੇ ਡੀਜੀਪੀ ਨੂੰ ਬੁਲਾਵੇ, ਉਹ ਤੇ ਪੂਰੀ ਰਿਪੋਰਟ ਲਵੇ ਵੀ ਜਿਹੜਾ ਮੱਧ ਪ੍ਰਦੇਸ਼ ਤੋਂ ਔਰ ਗੁਜਰਾਤ ਤੋਂ ਜਿੰਨਾ ਨਸ਼ਾ ਆਇਆ ਪੂਰੀ ਰਿਪੋਰਟ ਲੈ ਕੇ ਆ, ਉਹਦੀ ਚਿੱਠੀ ਬਣਾ ਕੇ ਪ੍ਰੈਸ 'ਚ ਪੜ੍ਹ ਕੇ ਫੇਰ ਗਵਰਨਰ ਨੂੰ ਭੇਜੇ। ਉਹ ਤੋਂ ਬਾਅਦ ਜਿਹੜਾ ਹੁਣ ਜ਼ਿਮੀਂਦਾਰਾਂ ਦੀਆਂ ਮੰਡੀਆਂ ਖਤਮ ਕਰਨ ਦਾ ਤਰੀਕਾ ਲੱਭਿਆ ਸੈਂਟਰ ਗਵਰਨਮੈਂਟ ਨੇ, RDF ਖਤਮ, ਜਿਹੜਾ ਮਾਰਕੀਟ ਕਮੇਟੀ ਫੀਸ ਸੀ ਉਹ 3 ਤੋਂ ਪਹਿਲਾਂ 2 ਕਰਤੀ, ਹੁਣ ਝੋਨੇ ਦੇ ਸੀਜ਼ਨ ਦੇ ਵਿੱਚ 1% ਕਰਤੀ। ਠੀਕ ਹੈ ਜੀ। ਇਹ ਜਿਹੜੇ ਵਿਚਾਲੇ ਤੋਂ ਤੀਰ ਮਾਰੀ ਜਾ ਰਹੇ ਨਾ ਪੰਜਾਬ ਦੇ ਬੱਖੀ ਦੇ ਵਿੱਚ, ਇਹ ਮਾਰੇ ਨੇ। ਫਿਰ ਉਧਰ ਹਿਮਾਚਲ ਦਾ ਪਾਣੀਆਂ ਦਾ ਮਸਲਾ, ਉਹ ਹੁਣ ਹਿਮਾਚਲ ਨੂੰ ਵੀ ਹੋਰ ਪਾਣੀ ਵਾਧੂ ਕਰਤਾ ਤੇ ਉਹ ਤੋਂ ਬਾਅਦ ਜਿਹੜਾ ਹੁਣ ਪੰਜਾਬ ਨੂੰ ਕਹਿਤਾ ਵੀ ਤੁਸੀਂ ਸੁੱਕੇ ਰਹੋ ਜਾਂ ਰੱਜੇ ਰਹੋ, ਤੁਸੀਂ ਰਾਜਸਥਾਨ ਤੇ ਹਰਿਆਣਾ ਦਾ ਪਾਣੀ ਪੂਰਾ ਦੇਣਾ। ਠੀਕ ਹੈ ਜੀ। ਇਹ ਸਰ ਗੱਲਾਂ ਇਹ ਕਰਨ ਵਾਲੀਆਂ ਨੇ, ਚਵਾਰੇ ਦੀਆਂ ਪੱਗਾਂ ਬੰਨ ਕੇ ਤਾਂ ਗਵਰਨਰ ਕੋਲ ਆਪ ਬਚਦੇ ਨੇ ਜਾ ਕੇ, ਤੇ ਗਵਰਨਰ ਨੂੰ ਸਿਰ ਤੇ ਚੜੂਗਾ। ਠੀਕ ਹੈ ਨਾ ਜੀ। ਗਵਰਨਰ ਤਾਂ ਇੱਕ ਬੋਝ ਹੈ ਸਟੇਟ ਤੇ, ਹੈ ਚਾਹੇ ਇਹ ਅੰਗਰੇਜ਼ਾਂ ਵੱਲੋਂ ਲਾਈ ਗਈ ਅਥਾਰਟੀ ਹੈ ਪਰ ਹੈ ਬੋਝ ਹੀ ਇਹ। ਜੇ ਗਵਰਨਰ ਦੇ ਕੋਲ ਸਾਹਮਣੇ ਜਿਹੜਾ ਪੰਜਾਬ ਦਾ DGP ਹੈ, ਜਿਹੜੀ ਪੰਜਾਬ ਦੀ ਪ੍ਰੈਸ ਹੈ, ਉਹ ਅੰਕੜੇ ਰੱਖ ਸਕਦੀ ਵੀ ਹੁਣ ਤੱਕ 1000 ਤੋਂ ਵੱਧ ਪਿਸਟਲ ਫੜ ਲਿਆ ਮੱਧ ਪ੍ਰਦੇਸ਼ ਤੋਂ, ਜਿਹੜਾ ਐਡੀ ਡਰੱਗ ਹੈ ਜਿਹੜੀ ਰਾਤ ਤੋਂ ਫੜ ਲਈ। ਇਹ ਐਨ ਸਵਾਰ ਕੇ ਚਿੱਠੀ ਲਿਖਣ ਗਵਰਨਰ ਨੂੰ, ਚਿੱਠੀ ਨਸ਼ਰ ਵੀ ਕਰਨ ਪ੍ਰੈਸ ਦੇ ਵਿੱਚ, ਫੇਰ ਲਿਫਾਫੇ 'ਚ ਪਾ ਕੇ ਗਵਰਨਰ ਨੂੰ ਭੇਜਣ ਵੀ ਲਓ ਚਿੱਠੀ ਆ ਗਈ ਹੈ। ਸ਼ੇਰਗਿਲ ਸਾਹਿਬ ਠੀਕ ਆ, ਜਿਹੜੇ ਵੈਪਨ ਆ ਰਹੇ ਆ ਉਹਦੀ ਚਿੱਠੀ ਦਾ ਜਵਾਬ ਜ਼ਰੂਰ ਦਿਓ, ਹੋਰ ਵੀ ਮਸਲਿਆਂ ਦੀ ਚਿੱਠੀ ਦਾ ਜਵਾਬ ਦਿਓ, ਪਰ ਫਿਰ ਲਾਲਚੰਦ ਕਟਾਰੂ ਚੱਕ ਦਾ ਵੀ ਜਵਾਬ ਦੇਣਾ ਪੈਣਾ ਵਾ। ਉਹ ਸਰ ਕਟਾਰੂ ਚੱਕ ਪਾਕਿਸਤਾਨ ਦਾ ਨਹੀਂ ਹੈ, ਕਟਾਰੂ ਚੱਕ ਨੇ ਤਾਂ ਆਪਣੇ ਆਪ 'ਚ ਗੰਦੀ ਹਰਕਤ ਕੀਤੀ ਹੈ, ਉਹਨੇ ਕਰਪਸ਼ਨ ਤਾਂ ਨਹੀਂ ਕੀਤੀ ਹੈ। ਨਹੀਂ ਗੰਦੀ ਹਰਕਤ ਵਾਲਾ ਬੰਦਾ ਜਿਹੜਾ ਵਾ ਉਹਨੂੰ ਆਪਾਂ ਕਲੀਨ ਚਿਟ ਦੇ ਸਕਦੇ ਹਾਂ। ਸਰ 50 ਕਿਲੋਮੀਟਰ ਤੱਕ ਏਰੀਆ ਸੈਂਟਰ ਕੋਲ ਪਾਕਿਸਤਾਨ ਦੇ ਨਾਲ ਲੱਗਦਾ, ਫੇਰ ਉੱਥੋਂ ਅਸਲਾ ਤੇ ਨਸ਼ਾ ਕਿਵੇਂ ਆ ਜਾਊਗਾ ਜੀ? ਉਹਦਾ ਵਾਸਤੇ ਸੈਂਟਰ ਜ਼ਿੰਮੇਵਾਰ ਹੈ, ਗਵਰਨਰ ਜ਼ਿੰਮੇਵਾਰ ਹੈ। ਸੈਂਟਰ ਸਰਕਾਰ ਜੇ ਨਹੀਂ ਸਾਂਭ ਸਕਦੀ ਤਾਂ ਰਿਜ਼ਾਈਨ ਕਰ ਦੇਵੇ। ਰੋਡ ਤੇ ਬੰਦ ਪਏ ਨੇ ਦਿੱਲੀ ਵਾਲੇ, ਇਹੋ ਜਿਹੀ ਸਰਕਾਰ ਪਹਿਲੀ ਵਾਰ ਦੇਖੀ ਹੈ। ਜਿਹੜੇ ਰਾਜ ਵਿੱਚ ਹਾਈਵੇ 3-3 ਦਿਨ ਬੰਦ ਹੋ ਗਏ, ਲੋਕ ਪਰੇਸ਼ਾਨ ਹੋ ਰਹੇ ਨੇ। ਜਿਹਨਾਂ ਦੀਆਂ ਬਾਹਰ ਦੀਆਂ ਫਲੈਟਾਂ ਨੇ ਉਹ ਬੱਚੇ ਭੜਕ ਰਹੇ ਨੇ ਰਾਹਾਂ 'ਚ, ਤੇ ਜਿਹਨਾਂ ਦਾ ਆਉਣਾ ਉਹ ਭੜਕ ਰਹੇ ਨੇ। ਕਈਆਂ ਦੀ ਇੱਥੇ ਡੈਥ ਹੋਈ ਪਈ ਹੈ ਪਿਓਾਂ ਦੀ, ਉਹ ਬੱਚੇ ਪੰਜਾਬ ਦੇ ਵਿੱਚ ਦੀ ਘੁੰਮ ਕੇ ਆ ਰਹੇ ਨੇ। ਐਸੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ, ਜਿਹੜੀ 2500 ਕਰੋੜ ਦਾ ਜਹਾਜ਼ ਲੈ ਕੇ ਘੁੰਮਦੀ ਹੈ, ਜਿਹੜੀ 500 ਕਰੋੜ ਦਾ ਜਹਾਜ਼ 1500 ਕਰੋੜ 'ਚ ਖਰੀਦ ਸਕਦੀ ਹੈ। ਉਹ ਕੋਈ ਇਹਨਾਂ ਨੂੰ ਜ਼ਿਆਦਾ ਨਹੀਂ ਲੱਗਦਾ, ਜਿਹੜਾ ਜਨਤਾ ਨੂੰ ਰਿਲੀਫ ਦੇਣਾ ਉਹ ਜ਼ਿਆਦਾ ਲੱਗਦਾ ਇਹਨਾਂ ਨੂੰ। ਮਿਹਰਬਾਨੀ ਥੈਂਕ ਯੂ ਸ਼ੇਰਗਿਲ ਜੀ। ਮੀਨਵਾਈਲ ਜਸਵਿੰਦਰ ਚਾਹਲ ਤੇ ਮਲਕੀਤ ਮਾਨ ਮਿਰਜਿਆਣਾ ਦਾ ਵੀ ਕਮੈਂਟ ਹੈ।
ਮਿਰਜ਼ਿਆਣਾ ਕਹਿ ਰਹੇ ਨੇ ਕਿ ਪੰਜਾਬ ਦਾ ਰਾਜਪਾਲ ਸਿੱਧੂ ਮੂਸੇਵਾਲੇ ਦੇ ਇਨਸਾਫ ਲਈ ਕਿਉਂ ਨਹੀਂ ਬੋਲਿਆ ਜਦੋਂ ਕਿ ਪੰਜਾਬ ਵਿੱਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਮਸਲਾ ਹੈ। ਭਗਵੰਤ ਮਾਨ ਵੀ ਮਾਨਸਾ ਜਾ ਕੇ ਮਿਲਿਆ ਨਹੀਂ, ਗਲਤ ਕੀਤਾ ਹੈ। ਸ਼ਾਇਦ ਉਹ ਮਲਕੀਤ ਮਾਨ ਗੱਲ ਕਰ ਰਹੇ ਨੇ ਕਿ ਬਲਕੌਰ ਸਿੰਘ ਜਿਹੜੇ ਮੂਸੇਵਾਲੇ ਦੇ ਪਿਤਾ ਨੇ ਉਹਨੂੰ ਜਾ ਕੇ ਮੁੱਖ ਮੰਤਰੀ ਨਹੀਂ ਮਿਲੇ, ਉਹਦੀ ਗੱਲ ਉਹ ਕਰ ਰਹੇ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਇੱਕ ਗਵਰਨਰ ਗੱਲ ਤੁਹਾਡੀ ਹੋ ਗਈ ਸੀ ਤੁਹਾਡੀ, ਆਪਾਂ ਇਕਬਾਲ ਸਿੰਘ ਜੀ ਗੱਲ ਤੁਹਾਡੀ ਹੋ ਗਈ ਹੈ। ਆਮ ਸੌਰੀ, ਆਪਾਂ ਦੁਬਾਰਾ ਨਹੀਂ ਆ ਸਕਦੇ ਕਿਉਂਕਿ ਦੂਜੇ ਕਾਲਰ ਰਹਿ ਜਾਂਦੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ 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 ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦਲਜੀਤ ਸੰਧੂ ਬੋਲ ਰਿਹਾ ਜੀ। ਹਾਂਜੀ ਦਲਜੀਤ ਜੀ। ਸੰਧੂ ਸਾਹਿਬ ਇਹ ਜਿਹੜਾ ਗਵਰਨਰ ਵਾਲਾ ਤੇ ਮੁੱਖ ਮੰਤਰੀ ਵਾਲਾ ਚੱਲ ਰਿਹਾ ਨਾ ਜੀ, ਤਤਕਾਰਬਾਜ਼ੀ ਸਮਝ ਲਓ ਇਹਨੂੰ ਤੁਸੀਂ। ਇਹਦੇ ਚ ਮਰਿਆਦਾ ਦੋਵੇਂ ਲੰਘੇ ਖਲੋਤੇ ਆ ਜੀ। ਤੇ ਪਤਾ ਵੀ ਦੋਵਾਂ ਨੂੰ ਹੈਗਾ ਵੀ ਸੰਵਿਧਾਨ ਦੇ ਦਾਇਰੇ ਸਾਡੇ ਕਿਹੜੇ ਕਿਹੜੇ ਨੇ, ਮੁੱਖ ਮੰਤਰੀ ਨੂੰ ਪਤਾ ਹੈ ਤੇ ਗਵਰਨਰ ਨੂੰ ਪਤਾ ਹੈ, ਪਰ ਜਾਣ ਬੁੱਝ ਕੇ ਜਾਣੇ ਰੱਬ ਸਾਡੇ ਖਿੱਤੇ ਦੀ ਕਿਸਮਤ ਮਾੜੀ ਹੈ। ਰਾਈਟ, ਮਤਲਬ ਇਹ ਆ ਵੀ ਪਤਾ ਵੀ ਹੈਗਾ ਪਰ ਪਤਾ ਨਹੀਂ ਕੀ ਸਾਡੇ ਖਿੱਤੇ ਨਾਲ ਕੋਈ ਵੈਰ ਕੱਢਣਾ ਚਾਹੁੰਦੇ ਆ ਵੀ ਜਾਣ ਬੁੱਝ ਕੇ ਅੜਚਣਾ ਪਾਈ ਜਾਣੀਆਂ, ਜਾਣ ਬੁੱਝ ਕੇ ਪਾਈ ਜਾਣੀਆਂ, ਆਪਦੇ ਦਾਇਰਿਆਂ ਤੋਂ ਬਾਹਰ ਜਾ ਕੇ ਗੱਲਾਂ ਕਰਦੀਆਂ ਮੁੱਖ ਮੰਤਰੀ ਤੇ ਗਵਰਨਰ ਦੀ। ਇਹ ਪੰਜਾਬੀਆਂ ਵਾਸਤੇ ਤੇ ਪੰਜਾਬੀਆਂ ਵਾਸਤੇ ਮਾੜੀ ਹੈ ਜੀ। ਇਹਨਾਂ ਨੂੰ ਬਿਲਕੁਲ ਸਾਵਧਾਨੀ ਨਾਲ ਆਪਦੀ ਜ਼ਿੰਮੇਵਾਰੀਆਂ ਨਾਲ ਕੰਮ ਕਰਨਾ ਚਾਹੀਦਾ, ਜਿਹੜੀਆਂ ਇਹਨਾਂ ਨੂੰ ਸੰਵਿਧਾਨਕ ਜ਼ਿੰਮੇਵਾਰੀਆਂ ਨੇ। ਪਰ ਜਿਹੜੇ ਮਰਿਆਦਾ ਲੰਘ ਕੇ ਗੱਲਾਂ ਕਰਦੇ ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ। ਮਿਹਰਬਾਨੀ, ਥੈਂਕ ਯੂ ਦਿਲਜੀਤ ਜੀ, ਥੈਂਕ ਯੂ। ਬਿਲਕੁਲ ਸਪਸ਼ਟ ਗੱਲ ਕੀਤੀ ਹੈ, ਦੋਵੇਂ ਹੀ ਆਪਣੀ ਮਰਿਆਦਾ ਲੰਘ ਚੁੱਕੇ ਆ ਔਰ ਇਹਦਾ ਸਟੇਟ ਦਾ ਨੁਕਸਾਨ ਹੋ ਰਿਹਾ ਵਾ। ਮੋਹਿੰਦਰ ਸਿੰਘ ਸਿੱਧੂ ਦਾ ਕਮੈਂਟ ਆਇਆ ਵਾ ਜਿਹੜਾ ਅਸੀਂ ਤੁਹਾਡੀ ਸਕਰੀਨ ਤੇ ਡਿਸਪਲੇ ਕਰ ਰਹੇ ਹਾਂ ਕਿ ਗਵਰਨਰ ਦਾ ਕੰਮ ਨਹੀਂ ਕਿ ਸਰਕਾਰ ਦੇ ਕੰਮਾਂ ਵਿੱਚ ਦਖਲ ਦੇਵੇ। ਇਹ ਮੋਹਿੰਦਰ ਸਿੰਘ ਸਿੱਧੂ ਦਾ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਲਿੰਦਰ ਗਿੱਲ। ਹਾਂਜੀ ਗੁਲਿੰਦਰ। ਹਾਂਜੀ, ਉਹ ਰੀਜ਼ਨ ਮੈਂ ਤੁਹਾਨੂੰ ਵੀਰ ਜੀ ਕਿਉਂ ਕਹਿ ਰਿਹਾ ਸੀ ਵੀ ਜਿਹੜੀ ਆਪਣੀ ਗਵਰਨਰ ਚਾਹੇ ਪ੍ਰੈਜ਼ੀਡੈਂਟ ਆ, ਇਹਦੀ ਇਰਰੈਲੇਵੈਂਸੀ ਕਿਉਂ ਆਪਣੇ ਸਿਸਟਮ ਦੇ ਵਿੱਚ, ਕਿਉਂਕਿ ਇਹ ਅੰਡਰ ਜਿਹੜੇ ਗੋਰਿਆਂ ਦੇ ਸੰਵਿਧਾਨ ਦੇ ਇਨਫਲੂਐਂਸ ਅੰਡਰ ਹੀ ਸਾਰਾ ਸੰਵਿਧਾਨ ਲਿਖਿਆ ਗਿਆ। ਕਿਉਂਕਿ ਜਿੰਨੀਆਂ ਵੀ ਕਾਮਨਵੈਲਥ ਆ ਉਹਨਾਂ ਵਿੱਚੋਂ 15 ਕਾਮਨਵੈਲਥ ਹਲੇ ਵੀ ਉਹਨਾਂ ਨੂੰ ਰੀਲਮ ਕਹਿੰਦੇ ਆ, ਕਾਮਨਵੈਲਥ ਰੀਲਮ, ਜਿਸ ਚ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੇ ਹੋਰ ਬਹੁਤ ਕੰਟਰੀ ਆਉਂਦੇ ਆ। ਉਹਨਾਂ ਵਿੱਚ ਜਿਹੜਾ ਗਵਰਨਰ ਆ ਹਰੇਕ ਸਟੇਟ ਦਾ ਤੇ ਪ੍ਰੈਜ਼ੀਡੈਂਟ ਉਹਨੂੰ ਰਾਜਾ ਲਾਉਂਦਾ ਆਪਣੇ ਬ੍ਰਿਟਿਸ਼ ਦਾ। ਕੈਨੇਡਾ ਵਿੱਚ ਵੀ ਉਹ ਰਾਜੇ ਦਾ ਅਪੁਆਇੰਟਡ ਬੰਦਾ ਬ੍ਰਿਟਿਸ਼ ਤੋਂ ਆਉਂਦਾ, ਉਹ ਹੈ ਜੇ ਗਵਰਨਰ ਉਹਨਾਂ ਦਾ ਆਪਣਾ ਪ੍ਰੈਜ਼ੀਡੈਂਟ ਹੁੰਦਾ ਤੇ ਉਹਦੇ ਘਰ ਦੇ ਉੱਤੇ ਨਹੀਂ ਉਹਦੇ ਚ ਠੀਕ ਹੈ ਝੰਡਾ ਜ਼ਰੂਰ ਨੁਮਾਇੰਦਾ ਮੰਨਿਆ ਜਾਂਦਾ ਵਾ ਕੁਈਨ ਦਾ, ਲੇਕਿਨ ਕੁਈਨ ਅਪੁਆਇੰਟ ਨਹੀਂ ਉਹਨੂੰ ਕਰਦੀ, ਅਪੁਆਇੰਟ ਉਹਨੂੰ ਪ੍ਰਧਾਨ ਮੰਤਰੀ ਕਰਦਾ। ਨਹੀਂ ਅਪੁਆਇੰਟਡ ਬਾਈ ਦਾ ਕੁਈਨ ਆਪਣੇ ਕਰਦੇ ਆ, ਕਿਉਂਕਿ ਅਸੀਂ ਥੋੜਾ ਉਹ ਚੋਂ ਹਾਈਬ੍ਰਿਡ ਲੈ ਲਿਆ ਸੀ, ਮਗਰ ਹਟ ਗਏ ਗੋਰੇ ਸਾਤੋਂ ਮਗਰ ਹਟ ਗਏ। ਗੋਰਿਆਂ ਨੇ ਸੰਵਿਧਾਨ, ਕਿਉਂਕਿ ਸਾਰੇ ਜਿਹੜੇ ਇਹ ਸੰਵਿਧਾਨ ਲਿਖੇ ਗਏ ਆ ਕਾਮਨਵੈਲਥ ਵਿੱਚ ਇੱਕੋ ਜਿਹੇ ਕਿਉਂ ਲਿਖੇ ਗਏ ਆ ਵੀ ਹਰੇਕ ਜਗ੍ਹਾ ਗਵਰਨਰ ਲੱਗਿਆ ਹੋਇਆ, ਹਰੇਕ ਜਗ੍ਹਾ ਪ੍ਰੈਜ਼ੀਡੈਂਟ ਲੱਗਿਆ ਹੋਇਆ। ਜਿਹੜੇ ਕਿ ਅਨਇਲੈਕਟਡ ਬੰਦੇ ਆ ਉਹ ਪਹਿਲਾਂ ਇਹਨਾਂ ਨੇ ਗੋਰਿਆਂ ਨੇ ਸਾਨੂੰ ਫੁੱਲ ਇੰਡੀਪੈਂਡੈਂਸ ਨਹੀਂ ਦਿੱਤੀ ਸੀ, ਉਹਨਾਂ ਨੇ ਆਪਣੇ ਬੰਦੇ ਲਾ ਕੇ ਰੱਖਣੇ ਸੀ। ਜੋ ਗਵਰਨਰ ਦਾ ਅਸਲੀ ਕੰਮ ਉਹ ਇਸ ਟਾਈਮ ਗਵਰਨਰ ਕਰ ਰਿਹਾ, ਇਹੀ ਉਹਦਾ ਮਤਲਬ ਸੀਗਾ ਵੀ ਜੇ ਜਿਹੜੀ ਚੁਣੀ ਹੋਈ ਗਵਰਨਮੈਂਟ ਕੰਮ ਕਰੇ। ਪਰ ਜੇ ਗੁਲਿੰਦਰ ਮੇਰਾ ਇੱਕ ਸਵਾਲ ਹੈ, ਆਪਾਂ ਮੰਨ ਲਿਆ ਕਿ ਗਵਰਨਰ ਦਾ ਅਹੁਦੇ ਨੂੰ ਖਤਮ ਕਰ ਦਈਏ, ਰਾਸ਼ਟਰਪਤੀ ਦੇ ਅਹੁਦੇ ਨੂੰ ਖਤਮ ਕਰ ਦਈਏ, ਜੇ ਕੋਈ ਸੰਵਿਧਾਨਿਕ ਕ੍ਰਾਈਸਿਸ ਸੰਕਟ ਖੜਾ ਹੋ ਜਾਂਦਾ ਵਾ ਉਦੋਂ ਫਿਰ ਕੀ ਬਣੂਗਾ? ਜੇ ਗਵਰਨਰ ਨਹੀਂ ਹੋਊਗਾ ਤੇ ਉਹ ਸੰਵਿਧਾਨਿਕ ਸੰਕਟ ਨੂੰ ਕਿਵੇਂ ਆਪਾਂ ਹੱਲ ਕਰਾਂਗੇ? ਫਿਰ ਦੇਖੋ ਜੀ, ਅਸੀਂ ਅਮਰੀਕਾ ਵਿੱਚ ਰਹਿੰਦੇ ਆ, ਅਮਰੀਕਾ ਟਰੂ ਇੰਡੀਪੈਂਡੈਂਟ ਕੰਟਰੀ ਆ। ਇਹਦੇ ਵਿੱਚ ਜਿਹੜਾ ਅਸੀਂ ਸੀਐਮ ਦੀ ਬਜਾਏ ਗਵਰਨਰ ਨੂੰ ਵੋਟ ਪਾ ਕੇ ਚੁਣਦੇ ਆ। ਨਹੀਂ, ਉਹ ਤੇ ਫਿਰ ਉਹ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਨਾ। ਨਹੀਂ, ਉਹ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ। ਮੇਰੀ ਗੱਲ ਸੁਣੋ ਨਾ, ਗਵਰਨਰ ਦੇ ਸਾਡੇ ਗਵਰਨਰ ਸਟੇਟ ਦਾ ਗਵਰਨਰ ਹੁੰਦਾ ਨਾ ਵੀਰ ਜੀ, ਉਹਦੇ ਤੇ ਸੈਕੰਡ ਕੋਈ ਚੈੱਕ ਨਹੀਂ। ਜੇ ਕਾਂਗਰਸ ਨੇ ਬਿੱਲ ਪਾਸ ਕਰਤਾ, ਗਵਰਨਰ ਨੇ ਸਾਈਨ ਕਰਤਾ, ਤਾਂ ਉਹਨੂੰ ਥਰਡ ਪਰਸਨ ਕੋਈ ਸੈਂਟਰ ਦਾ ਕੋਈ ਸਟੇਟ ਦੇ ਲਾਅ ਨੂੰ ਚੈਲੰਜ ਨਹੀਂ ਕਰ ਸਕਦਾ। ਦੁਨੀਆ ਉਹਨੂੰ ਦੁਬਾਰਾ ਫਿਰ ਚੈਲੰਜ ਕਰ ਸਕਦੀ ਆ। ਪਰ ਜਿਹੜੀ ਤੁਹਾਨੂੰ ਆਪਾਂ ਨੂੰ ਗੋਰਿਆਂ ਤੋਂ ਆਪਾਂ ਲਈ ਆ ਇੰਡੀਪੈਂਡੈਂਸ, ਇਹਦੇ ਵਿੱਚ ਬਹੁਤ ਆਪਣੇ ਸੰਵਿਧਾਨ ਵਿੱਚ ਉਣਤਾਈਆਂ ਨੇ। ਇਹ ਜਿਹੜਾ ਗਵਰਨਰ ਤੇ ਪਰ ਉਹ ਸਿਸਟਮ ਹੋ ਰਿਹਾ ਨਾ ਜੀ ਗੁਲਿੰਦਰ ਗਿੱਲ ਜੀ, ਉਹ ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ, ਸਾਡਾ ਪਾਰਲੀਮੈਂਟਰੀ ਸਿਸਟਮ ਆ। ਤੁਹਾਡੇ ਉਹ ਸਿਸਟਮ ਦੇ ਵਿੱਚ ਗਵਰਨਰ ਦੀ ਰੀਕਾਲ ਦਾ ਸਿਸਟਮ ਹੀ ਹੈ, ਗਵਰਨਰ ਦਾ ਰੀਕਾਲ ਦਾ ਸਿਸਟਮ ਵੀ ਤੇ ਹੈ ਨਾ ਉੱਥੇ, ਜਿਹੜਾ ਸਾਡੇ ਇੱਥੇ ਨਹੀਂ
ਹਾਂਜੀ ਨਹੀਂ ਸਾਡੇ ਇੱਥੇ ਨਹੀਂ, ਮੈਂ ਵੀ ਉੱਥੋਂ ਹੀ ਗਿਆ ਜੀ। ਸਿਸਟਮ ਬੰਦੇ ਹੀ ਬਣਾਉਂਦੇ, ਸਿਸਟਮ ਗਲਤ ਬਣਿਆ ਨੂੰ ਠੀਕ ਵੀ ਕਰ ਸਕਦੇ ਆ। ਸੋ ਸਿਸਟਮ ਦੇ ਵਿੱਚ ਤਬਦੀਲੀ ਦੀ ਲੋੜ ਹੈ। ਮਿਹਰਬਾਨੀ, ਥੈਂਕ ਯੂ ਗੁਲਿੰਦਰ ਗਿੱਲ। ਬਿਲਕੁਲ ਜ਼ਰੂਰਤ ਹੈ ਜੀ। ਹਾਂਜੀ ਹਾਂਜੀ, ਥੈਂਕ ਯੂ। ਮੀਨਵਾਈਲ ਮਨਜੀਤ ਸੁਰਖਾਂ ਦਾ ਕਮੈਂਟ ਆਇਆ ਕਿ ਗੁਲਿੰਦਰ ਅਮਰੀਕਾ ਅਤੇ ਭਾਰਤ ਦੇ ਲੋਕਾਂ ਦਾ ਬਹੁਤ ਫਰਕ ਹੈ। ਜੋਗਿੰਦਰ ਸਿੰਘ ਗਿੱਲ ਕਹਿ ਰਹੇ ਨੇ ਗਵਰਨਰ ਕਹਿੰਦਾ ਹੈ ਕਿ ਮੇਰੀ ਸਰਕਾਰ, ਜਦੋਂ ਕਿ ਸਰਕਾਰ ਸਾਡੀ ਹੈ, ਜਿਨ੍ਹਾਂ ਨੇ ਚੁਣੀ ਹੈ। ਗਵਰਨਰ ਸਾਹਿਬ ਤਾਂ ਸੈਂਟਰ ਦੇ ਚੁਣੇ ਨੇ, ਜਿੱਥੇ ਸਾਡੀ ਸਰਕਾਰ ਨਹੀਂ। ਇਹ ਜੋਗਿੰਦਰ ਸਿੰਘ ਗਿੱਲ ਦਾ ਕਮੈਂਟ ਹੈ। ਮਿਸਕੀ ਗੁਪਤਾ ਦਾ ਕਮੈਂਟ ਆਇਆ ਕਿ ਸੰਵਿਧਾਨ ਛਿੱਕੇ ਟੰਗ ਦਿੱਤਾ ਗਿਆ ਹੈ, ਨੈਤਿਕਤਾ ਵੇਚ ਵੱਟ ਕੇ ਖਾ ਲਈ ਪਾਰਟੀ ਦਾ ਮੁਖੀ ਸਭ ਕੁਝ ਹੋ ਗਈਆਂ ਨੇ ਤਾਂ ਨਾ ਤੇ ਹੀ ਨਿਰਭਰ ਹੋ ਗਏ, ਕਠਪੁਤਲੀ ਬਣ ਕੇ ਰਹਿ ਗਏ ਨੇ। ਸ਼ਾਇਦ ਮੁੱਖ ਮੰਤਰੀ ਦੀ ਉਹ ਗੱਲ ਮਿਸਕੀ ਗੁਪਤਾ ਕਰ ਰਹੇ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪ੍ਰਗਟਪਾਲ ਜੀ। ਉਹ ਕਟਾਰੂ ਚੱਕ ਵਾਲਾ ਮੈਂ ਤੁਹਾਨੂੰ ਉਦੋਂ ਹੀ ਦੱਸ ਦਿੱਤਾ ਵੀ ਲੰਗਾ ਤੇ ਗੁਆਂਢੀ ਨੇ ਉਦਾਂ ਹੀ ਕਾਲਾ ਮਾਲਾ ਹੋ ਜਾਣਾ ਜੀ। ਉਹ ਤੇ ਕਈ ਸਾਡੇ ਕਾਲਰ ਤੇ ਜਸਟੀਫਾਈ ਕਰ ਰਹੇ, ਕਹਿੰਦੇ ਜੀ ਕੋਈ ਨਾ, ਉਹ ਕਿਹੜਾ ਉਹਨੇ ਕਿਹੜੀ ਕਰਪਸ਼ਨ ਕੀਤੀ ਹੈ, ਕੋਈ ਫਿਰ ਕੀ ਹੈ ਜੇ ਉਹਨੂੰ ਮੰਤਰੀ ਰੱਖੀ ਜਾਂਦੇ ਆ। ਤੇ ਉਹ ਇਦਾਂ ਹੀ ਹੈ ਜੀ, ਆਪਣੇ ਵਿਚਾਰ ਆ। ਇਹੋ ਤੇ ਤੁਹਾਡੇ ਬੋਲਣ ਦੀ ਆਣ ਕੇ ਹਰ ਇੱਕ ਨੂੰ ਆਜ਼ਾਦੀ ਆਪਣੇ ਵਿਚਾਰ ਰੱਖ ਸਕਦਾ। ਹਾਂਜੀ ਬਿਲਕੁਲ ਜੀ, ਇਹ ਲੋਕਤੰਤਰ ਹੈ ਜੀ, ਬਿਲਕੁਲ। ਪਰ ਮੈਂ ਤੇ ਤੁਹਾਨੂੰ ਉਦੋਂ ਦੱਸ ਦਿੱਤਾ ਸੀ ਵੀ ਸੱਟਾਂ ਬੇਸੱਟਾ ਵਾ। ਜੇ ਆਪਣੇ ਲਗਾ ਸਾਹਿਬ ਸਭ ਕੁਝ ਬਰੀ ਹੋ ਗਏ ਤੇ ਵੀ ਬਰੀ ਬੁਰੀ ਹੋ ਜਾਣਾ। ਕੋਈ ਐਵੇਂ ਲੋਕਾਂ ਨੇ ਨਾ ਹਵਾ ਹੁਆ ਦੇ ਕੇ ਤੇ ਕਈ ਦਿਨ ਸਿਰ ਖਾ ਛੱਡਿਆ ਵਾ। ਤੇ ਰਹਿ ਗਈ ਗੱਲ ਗਵਰਨਰ ਸਾਹਿਬ ਦੀ, ਤੁਸੀਂ ਵੇਖੋ ਗਵਰਨਰ ਨਾ, ਤੁਸੀਂ ਆਪਣੀ ਕਾਰ ਜਾਂ ਕੋਈ ਟਰੈਕਟਰ ਲੈ ਕੇ ਜਾਓ, ਉਹਦੇ ਕੋਲ ਮਕੈਨਿਕ ਵੀ ਇਹ ਧੂੰਆਂ ਬੜਾ ਮਾਰਦਾ, ਤੇ ਗਵਰਨਰ ਕਿਤੇ ਨਹੀਂ ਕੋਈ ਪੁਰਜਾ ਨਹੀਂ ਹੁੰਦਾ, ਦੇਖਦਾ ਨੀਗਾ। ਤੇ ਉਹ ਫਿਰ ਆਖ ਦਿੰਦੇ ਤੁਹਾਡੇ ਨਾ ਜਿਹੜੇ ਆਪਣੇ ਇੰਜਨ 'ਚ ਖਰਾਬੀ ਆ, ਇਹ ਸਹੀ ਗਵਰਨਰ ਸਹੀ ਕੰਮ ਨਹੀਂ, ਉਹ ਆਪਣਾ ਪੂਰਾ ਮਸ਼ੀਨਰੀ ਤੁਹਾਡੀ ਸਹੀ ਨਹੀਂ ਹੈ ਕਰਕੇ ਗਵਰਨਰ ਕੰਟਰੋਲ ਨਹੀਂ ਕਰ ਰਿਹਾ। ਤੇ ਗਵਰਨਰ ਕੰਟਰੋਲ ਕਰਦਾ ਤੇ ਉਹ ਕੱਚਾ ਧੂੰਆਂ ਮਾਰੀ ਜਾਂਦਾ। ਇਹ ਕਰਕੇ ਜਿਹੜੀ ਮਸ਼ੀਨਰੀ ਆ ਤੇ ਗਵਰਨਰ ਦਾ ਆਪਣਾ ਇੰਜਨ ਦਾ ਤੇ ਗਵਰਨਰ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਆ। ਮਿਹਰਬਾਨੀ। ਇੰਜਨ ਦਾ ਤੇ ਗਵਰਨਰ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਸ਼ਾਇਦ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਤੇ ਰਾਜਪਾਲ ਦਾ ਤਾਲਮੇਲ ਆਪਸ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਜੇ ਸਮੂਥਲੀ ਕੰਮ ਚੱਲਣਾ ਹੋਵੇ। ਡਾਕਟਰ ਮਿਰਜਿਆਣਾ ਦਾ ਵੀ ਤਾਜ਼ਾ ਕਮੈਂਟ ਫੇਸਬੁੱਕ ਤੇ ਤੁਸੀਂ ਦੇਖ ਸਕਦੇ ਜੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਭਾਈ ਸਾਹਿਬ, ਤੁਹਾਡੀ ਕਾਲ ਪੈਚ ਆ, ਤੁਸੀਂ ਗੱਲ ਸ਼ੁਰੂ ਕਰ ਸਕਦੇ ਆਪਣੀ। ਅਗਲੀ ਕਾਲ ਸ਼ਾਇਦ ਉਹ ਭਾਈ ਸਾਹਿਬ ਨੂੰ ਸਮਝ ਨਹੀਂ ਆਈ ਕਿ ਉਹ ਜੁੜੇ ਹੋਏ ਨੇ, ਸੋ ਉਹਨਾਂ ਤੋਂ ਅਸੀਂ ਅਗਲੀ ਕਾਲ ਲੈ ਰਹੇ ਸੀ। ਹੈਲੋ ਹਾਂਜੀ ਭਾਈ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰਵਣ ਸਿੰਘ ਹੈ ਜੀ। ਹਾਂਜੀ ਸਰਵਣ ਜੀ। ਮੈਂ ਜਨਾਬ ਤੁਹਾਨੂੰ ਇੱਕ ਥੋੜੀ ਜਿਹੀ ਇਨਫੋਰਮੇਸ਼ਨ ਦੇਣੀ ਆ। ਜਿਹੜਾ ਗਵਰਨਰ ਪੰਜਾਬ ਤੇ ਚੀਫ ਮਿਨਿਸਟਰ ਦਾ ਤਕਰਾਰ ਹੈ, ਚਲੋ ਉਹ ਤਾਂ ਬੜਾ ਮੰਦਭਾਗਾ, ਉਹ ਨਹੀਂ ਹੋਣਾ ਚਾਹੀਦਾ, ਦੋਹਾਂ ਪਾਸਿਆਂ ਤੋਂ ਨਹੀਂ ਹੋਣਾ ਚਾਹੀਦਾ। ਸਿੰਪਲ ਹਾਂਜੀ, ਆਪਣਾ ਉਹਨਾਂ ਨੂੰ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਤੇ ਲੋਕਾਂ ਦੀ ਬੈਟਰਮੈਂਟ ਤਾਂ ਹੋ ਸਕਦੀ ਹੈ। ਮੈਂ ਦੱਸਣਾ ਸਿਰਫ ਇੰਨਾ ਚਾਹੁੰਦਾ, ਮਤਲਬ ਕਰੈਕਟ ਨਹੀਂ ਕਰਨਾ ਚਾਹੁੰਦਾ, ਮੈਂ ਦੱਸਣਾ ਚਾਹੁੰਦਾ ਵੀ ਇੱਥੇ ਜਿਹੜਾ ਕੈਨੇਡਾ ਵਿੱਚ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਆ, ਜਿਹੜਾ ਇੱਥੇ ਦਾ ਜਿਹੜਾ ਇੱਥੇ ਦਾ ਹੁੰਦਾ ਇੰਡੀਆ ਦਾ ਰਾਸ਼ਟਰਪਤੀ ਆ, ਇੱਥੇ ਗਵਰਨਰ ਜਨਰਲ ਆ, ਉਹਨੂੰ ਪ੍ਰਾਈਮ ਮਿਨਿਸਟਰ ਅਪੁਆਇੰਟ ਕਰਦਾ। ਉਹ ਕਮੇਟੀ ਵਗੈਰਾ ਬਣੀ ਹੁੰਦੀ ਆ, ਫਿਰ ਫਾਈਨਲੀ ਜਿਹੜੀ ਮੋਹਰ ਲੱਗਦੀ ਆ ਪ੍ਰਾਈਮ ਮਿਨਿਸਟਰ ਦੀ ਲੱਗਦੀ ਆ। ਨੰਬਰ 2, ਜਿਹੜੇ ਸਾਡੇ ਸੂਬੇ ਆ ਨਾ, ਪ੍ਰੋਵਿੰਸ ਆ, ਇੱਥੇ ਸਿਰਫ ਇੰਨਾ ਹੀ ਫਰਕ ਆ ਭਈ ਮੁੱਖ ਮੰਤਰੀ ਦੀ ਜਗ੍ਹਾ ਇੱਥੇ ਪ੍ਰੀਮੀਅਰ ਕਹਿੰਦੇ ਆ, ਬਾਕੀ ਮਿਨਿਸਟਰ ਸਾਰਾ ਕੈਬਨਿਟ ਵਗੈਰਾ ਸਭ ਕੁਛ ਉਹੀ ਆ। ਜਿਹੜਾ ਇੱਥੇ ਉਹ ਗਵਰਨਰ ਜਨਰਲ ਹੁੰਦਾ, ਇੱਥੇ ਲੈਫਟੀਨੈਂਟ ਗਵਰਨਰ ਕਹਿੰਦੇ ਇਹਨੂੰ। ਜਿਹੜਾ ਸੂਬੇ ਦਾ ਗਵਰਨਰ ਹੁੰਦਾ ਉਹਨੂੰ ਲੈਫਟੀਨੈਂਟ ਗਵਰਨਰ ਕਹਿੰਦੇ ਆ। ਮੈਂ ਗਵਰਨਰ ਹਾਊਸ 3-4 ਵਾਰ ਜਾ ਆਇਆ। ਉਹ ਰਾਣੀ ਦਾ ਰਿਪਰੈਜ਼ੈਂਟੇਟਿਵ ਹੁੰਦਾ। ਪਰ ਇੱਥੇ ਬਿਊਟੀਫੁਲ ਗੱਲ ਇਹ ਆ ਵੀ ਇੱਥੇ ਸੂਬੇ ਦਾ ਜਿਹੜਾ ਸਿਟਿੰਗ ਚੀਫ ਮਿਨਿਸਟਰ ਆ ਨਾ,
ਉਹ ਸੂਬੇ ਦਾ ਜਿਹੜਾ ਚੀਫ ਮਿਨਿਸਟਰ ਆ ਉਹ ਗਵਰਨਰ ਦੀ ਨਿਯੁਕਤੀ ਕਰਦਾ। ਔਰ ਮੋਸਟ ਜਿੰਨੇ ਚੇਅਰ, ਹੁਣ ਮੈਨੂੰ ਇੱਥੇ ਆਏ ਨੂੰ 50 ਸਾਲ ਹੋ ਗਏ ਆ, ਇੱਥੇ ਜਿੰਨੇ ਗਵਰਨਰ ਬਣੇ ਆ ਨਾ ਬ੍ਰਿਟਿਸ਼ ਕੋਲੰਬੀਆ ਦੇ, ਲੈਫਟੀਨੈਂਟ ਗਵਰਨਰ ਬਣੇ ਆ, ਉਹ ਸਾਰੇ ਦੇ ਸਾਰੇ ਸੂਬੇ ਨਾਲ ਹੀ ਤੁਅੱਲਕ ਰੱਖਦੇ ਆ, ਉਹ ਬ੍ਰਿਟਿਸ਼ ਕੋਲੰਬੀਆ ਦੇ ਬਾਹਰੋਂ ਨਹੀਂ। ਇਹ ਆ ਇੱਥੇ ਦਾ ਰੂਲ। ਔਰ ਮੈਂ ਨਹੀਂ ਦੇਖਿਆ ਇੱਥੇ ਗਵਰਨਰ ਕਿਸੇ ਵੀ ਪੋਲੀਟਿਕਸ ਦੇ ਵਿੱਚ, ਸਾਡੇ ਸੂਬੇ ਦਾ ਗਵਰਨਰ ਜਾਂ ਅਲਬਰਟਾ ਦਾ ਗਵਰਨਰ ਕਿਸੇ ਵੀ ਪੋਲੀਟੀਕਲ ਗੱਲ ਦੇ ਵਿੱਚ ਉਹ ਦਖਲਅੰਦਾਜ਼ੀ ਕਰੇ। ਉਹ ਸਿਰਫ ਤੇ ਸਿਰਫ ਜਦੋਂ ਸੈਸ਼ਨ ਸ਼ੁਰੂ ਹੁੰਦਾ ਤੇ ਸਰਕਾਰ ਜੋ ਲਿਖ ਕੇ ਦਿੰਦੀ ਆ ਉਹਨੂੰ, ਮਤਲਬ ਥਰੋਨ ਸਪੀਚ ਕਹਿ ਦਿੰਦੇ, ਜੋ ਵੀ ਵਟਐਵਰ, ਉਹ ਸਾਰੀਆਂ ਪੜ੍ਹ ਕੇ ਸੁਣਾਉਂਦਾ। ਤੇ ਜਾਂ ਜਦੋਂ ਸਰਕਾਰ ਦਾ ਸੇਵਾ ਮੁਕਤ ਹੋਣੀ ਹੁੰਦੀ, ਉਹਨਾਂ ਦੀ ਬੁਨਿਆਦ ਖਤਮ ਹੋ ਜਾਂਦੀ ਆ, ਤਾਂ ਉਹ ਫਿਰ ਰਿਟ ਡਰੋਪ ਕਰਦੇ ਆ ਤੇ ਜਾ ਕੇ ਜਿਹੜਾ ਚੀਫ ਮਿਨਿਸਟਰ ਆ ਉਹ ਗਵਰਨਰ ਦੇ ਹਵਾਲੇ ਤੇ ਮੈਂ ਅੱਜ ਪਾਰਲੀਮੈਂਟ ਭੰਗ ਕਰ ਦਿੱਤਾ। ਥੈਂਕ ਯੂ, ਬਹੁਤ ਵਧੀਆ ਗੱਲ ਭਾਈ ਸਾਹਿਬ ਨੇ ਸ਼ੇਅਰ ਕੀਤੀ ਆ। ਔਰ ਸ਼ਾਇਦ ਉਹਨਾਂ ਨੇ ਪਰਸਪੈਕਟਿਵ ਦੇ ਵਿੱਚ ਗੱਲ ਪਾਈ ਆ ਕਿ ਅਮਰੀਕਾ ਤੇ ਇੰਡੀਆ ਦਾ ਬਹੁਤ ਫਰਕ ਆ, ਲੇਕਿਨ ਕੈਨੇਡਾ ਔਰ ਇੰਡੀਆ ਦਾ ਕਾਫੀ ਸਿਮਿਲੈਰਿਟੀ ਆ। ਪਾਰਲੀਮੈਂਟਰੀ ਸਿਸਟਮ ਹੈ ਦੋਵਾਂ ਮੁਲਕਾਂ ਦੇ ਵਿੱਚ, ਲੇਕਿਨ ਕੈਨੇਡਾ ਨੇ ਇੱਕ ਬਹੁਤ ਵਧੀਆ ਸਿਸਟਮ ਕੀਤਾ ਹੋਇਆ ਵਾ। ਉੱਥੇ ਜਿਹੜਾ ਗਵਰਨਰ ਜਨਰਲ ਆ ਉਹਦੀ ਨਿਯੁਕਤੀ ਪ੍ਰਧਾਨ ਮੰਤਰੀ ਕਰਦੇ ਆ। ਔਰ ਇਸੇ ਤਰ੍ਹਾਂ ਸਟੇਟਾਂ ਦੇ ਵਿੱਚ ਜਿਹੜਾ ਲੈਫਟੀਨੈਂਟ ਗਵਰਨਰ ਹੁੰਦਾ ਉਹਦੀ ਨਿਯੁਕਤੀ ਜਿਹੜਾ ਵਾ ਉਹ ਵੀ ਉੱਥੋਂ ਦਾ ਪ੍ਰੀਮੀਅਰ ਕਰਦਾ ਵਾ, ਔਰ ਉਹ ਸਟੇਟ ਦਾ ਹੀ ਹੁੰਦਾ ਵਾ। ਔਰ ਇਸੇ ਕਰਕੇ ਉੱਥੇ ਟਕਰਾਵ ਨਹੀਂ ਹੁੰਦਾ। ਸ਼ਾਇਦ ਇਸ ਤਰ੍ਹਾਂ ਦੀ ਇੱਥੇ ਤਬਦੀਲੀ ਦੀ ਲੋੜ ਹੈ। ਔਰ ਸ਼ਾਇਦ ਇਹੋ ਜਿਹਾ ਹੀ ਸੁਝਾਅ ਮੇਰਾ ਖਿਆਲ ਆ ਜਸਟਿਸ ਪੁੰਛੀ ਕਮੇਟੀ ਨੇ ਦਿੱਤਾ ਸੀ। ਜਸਟਿਸ ਪੁੰਛੀ ਕਮੇਟੀ ਸੈਂਟਰ ਸਟੇਟ ਰਿਲੇਸ਼ਨਸ ਵਾਸਤੇ ਬਣੀ ਸੀ, ਪਹਿਲਾਂ ਜਸਟਿਸ ਸਰਕਾਰੀਆ ਕਮੇਟੀ ਬਣੀ, ਫਿਰ ਜਸਟਿਸ ਪੁੰਛੀ ਕਮੇਟੀ ਬਣੀ। ਉਹਨਾਂ ਵੀ ਇਸੇ ਤਰ੍ਹਾਂ ਦਾ ਹੀ ਸੁਝਾਅ ਦਿੱਤਾ ਸੀ। ਸੋ ਸਾਡੇ ਸੰਵਿਧਾਨ ਦੇ ਵਿੱਚ ਸ਼ਾਇਦ ਤਬਦੀਲੀ ਕਰਨ ਦੀ ਲੋੜ ਹੈ, ਅਸੀਂ ਆਸ ਕਰਦੇ ਹਾਂ, ਕਿਉਂਕਿ ਇਹ ਗਵਰਨਰਾਂ ਦਾ ਤੇ ਮੁੱਖ ਮੰਤਰੀਆਂ ਦਾ ਟਕਰਾਰ ਵੱਧ ਰਿਹਾ ਵਾ। ਇਹਦੇ ਉੱਪਰ ਪਾਰਲੀਮੈਂਟ ਜ਼ਰੂਰ ਕੋਈ ਨਾ ਕੋਈ ਫੈਸਲਾ ਲਊਗੀ, ਔਰ ਜੇ ਸੋਧ ਦੀ ਲੋੜ ਪਵੇ ਸੰਵਿਧਾਨ ਦੇ ਵਿੱਚ ਤੇ ਸੋਧ ਵੀ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਹਾਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।